हम अवगुण भरे एक गुण नाही, अमृत छाड़ बिखै बिख खाई। माया मोह भरम पै भूले, सुत दारा स्यों प्रीत लगाई। उत्तम पंथ सुन्यो गुर संगत, ते मिलंत जम त्रास मिटाई। एक अरदास पाठ कीरत की, गुर रामदास राखो। सकहो टल गुर सेविया, अहनस सहज सुपाए। दर्शन परसै गुरु का, जन्म मरण दुख जाए। होवै सिफत खसंदी, नूर अर सह पुर सह चटिया। तुझ डिठे सच्चे पातशाह, मल जन्म जन्म दी सज्जन सच्चा पातशाह। सिर साहां साहो, जिस पास बैठया सोहिया, सबना दा बेसाहो। सतनाम श्री वाहिगुरु साहिब जी। वडहंस की वार महला चौथा। लल्ला बहली माँ की धुन गावणी। एक ओंकार सत गुर प्रसाद। सलोक महला तीजा। शब्द रत्ते वडहंस है, सच नाम उरतार। सच संग्रह है, साध सच रह है। सच्चा नाम प्यार। शब्द रत्ते वडहंस है, सच नाम उरतार। सच संग्रह है, साध सच रह है। सच्चा नाम प्यार। सदा निर्मल मैल न लगाई, नदर किते करतार। नानक हाउ तिन कै बलिहारन, जो अन दिन जप है मुरार। महला तीजा। मैं जानिया वडहंस है, ता मैं किया संग। जे जाना बग बपुड़ा, ता जन्म न देंदे अंग। महला तीजा। हंसा वेख तरंदया, वघा पे आया चाओ। डुब मुए बग बपोड़े, सिर तल ऊपर पाओ। पाउड़ी तू आपे ही आप आप है, आप कारण किया। तू आपे आप निरंकार है, को अवर ना बिया। तू करण कारण समर्थ है, तू कर है सो थिया। तू अण मंगया दान देवना, सब ना जिया।
ਸਭ ਆਖੋ ਸਤਿਗੁਰ ਵਾਹੋ ਵਾਹੋ। ਜਿਨ ਦਾਨ ਹਰ ਨਾਮ ਮੁਖ ਦੀਆ, ਤੂੰ ਅਣ ਮੰਗਿਆ ਦਾਨ ਦੇਵਨ ਸਭਨਾ ਜੀਆ। ਸਭ ਆਖੋ ਸਤਿਗੁਰ ਵਾਹੋ ਵਾਹੋ। ਜਿਨ ਦਾਨ ਹਰ ਨਾਮ ਮੁਖ ਦੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਅੰਮ੍ਰਿਤ ਵੇਲੇ ਦੇ ਸਜੇ ਹੋਏ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਦੀਵਾਨਾਂ ਅੰਦਰ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਘੜੀਆਂ ਗੁਰੂ ਲੇਖੇ ਲਾਉਂਦਿਆਂ ਸਫਲਾ ਕਰ ਰਹੇ। ਸਰਬਾਸਾ ਪੂਰਨ ਕਰਨੇ ਵਾਲੀ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਬਹੁਤ ਹੀ ਅਦਬ ਸਤਿਕਾਰ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਅੱਜ ਮਹਾਨ ਸ਼ਹੀਦ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਸ਼ਹੀਦੀ ਦਿਹਾੜਾ ਹੈ, ਜਿਨ੍ਹਾਂ ਦੇ ਨਾਲ ਉਹਨਾਂ ਦੇ ਸਾਥੀ ਸਿੰਘ 700 ਸਿੰਘਾਂ ਨੂੰ ਸ਼ਹੀਦ ਕੀਤਾ ਗਿਆ। ਬਾਬਾ ਬੰਦਾ ਸਿੰਘ ਜੀ ਬਹਾਦਰ ਸਿੱਖ ਪੰਥ ਦੇ ਉਹ ਮਹਾਨ ਜਰਨੈਲ ਯੋਧੇ ਨੇ। ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਜੀ ਦਾ ਥਾਪੜਾ ਪ੍ਰਾਪਤ ਕਰਕੇ ਪੰਜਾਬ ਦੀ ਧਰਤੀ ਤੇ ਆਏ। ਚਿੱਠੀਆਂ ਕਲਗੀਧਰ ਜੀ ਦੀਆਂ ਹੁਕਮਨਾਮੇ ਪੰਜਾਬ ਦੇ ਸਿੰਘਾਂ ਨੂੰ ਪਹੁੰਚ ਗਏ ਸਨ। ਸਭ ਇਕੱਠੇ ਹੋ ਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਨਾਲ ਜਾ ਰਲੇ, ਜਿਨ੍ਹਾਂ ਵਿੱਚੋਂ ਸ਼ਹੀਦ ਬਾਬਾ ਦੀਪ ਸਿੰਘ ਜੀ ਜੈਸੇ ਸਿਰ ਲੱਥ ਸੂਰਮੇ ਵੀ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਜਾ ਕੇ ਮਿਲੇ। 5 ਸਿੰਘ ਜਿਨ੍ਹਾਂ ਦੇ ਮਤਾਹਿਤ ਕਰਕੇ ਬਾਬਾ ਜੀ ਨੂੰ ਕਲਗੀਧਰ ਜੀ ਨੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੋਂ ਭੇਜਿਆ ਸੀ। ਬਾਬਾ ਵਿਨੋਦ ਸਿੰਘ ਜੀ, ਬਾਜ ਸਿੰਘ ਜੀ ਹੋਣੀ, ਉਹ ਸਿੰਘ ਵੀ ਨਾਲ ਹਨ। ਪਹਿਲਾਂ ਛੋਟੀਆਂ ਜੰਗਾਂ ਤੋਂ ਸ਼ੁਰੂਆਤ ਕੀਤੀ, ਸਮਾਣੇ ਵਰਗੇ ਸ਼ਹਿਰਾਂ ਨੂੰ ਲਤਾੜਿਆ, ਸਰਹੰਦ ਦੇ ਸੂਬੇ ਨੂੰ ਸੋਧਾ ਲਾ ਕੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਪ੍ਰਾਪਤ ਕੀਤਾ ਔਰ ਸਰਹੰਦ ਵਿੱਚ ਖਾਲਸਾ ਰਾਜ ਕਾਇਮ ਕੀਤਾ, ਸਥਾਪਿਤ ਕੀਤਾ। ਖਾਲਸੇ ਰਾਜ ਦੀ ਜਿਹੜੀ ਰਾਜਧਾਨੀ ਸੀ ਉਹ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਲੋਹਗੜ੍ਹ ਤੋਂ ਬਣਾਇਆ। ਹਰਿਆਣੇ ਵਿੱਚ ਜਗ੍ਹਾ ਹੈ ਲੋਹਗੜ੍ਹ, ਇਹ ਰਾਜਧਾਨੀ ਮੁਕਰਰ ਕੀਤੀ ਗਈ। ਇਸੇ ਪ੍ਰਕਾਰ ਨਾਲ ਬਹੁਤ ਸਾਰੇ ਇਲਾਕਿਆਂ ਨੂੰ ਸਰ ਕਰਦਿਆਂ ਪਹਾੜੀ ਰਿਆਸਤਾਂ ਦੇ ਰਾਜਿਆਂ ਨੂੰ ਆਪਣੇ ਅਧੀਨ ਕਰਦਿਆਂ ਬਾਬਾ ਬੰਦਾ ਸਿੰਘ ਜੀ ਬਹਾਦਰ ਗੁਰਦਾਸ ਨੰਗਲ ਦੀ ਗੜ੍ਹੀ ਤੱਕ ਪਹੁੰਚੇ ਨੇ। ਗੁਰਦਾਸ ਨੰਗਲ ਦੀ ਗੜ੍ਹੀ ਵਿੱਚ ਕਈ ਮਹੀਨਿਆਂ ਤੱਕ ਦੁਸ਼ਮਣ ਦਲ ਨਾਲ ਜੰਗ ਹੁੰਦਾ ਰਿਹਾ, ਯੁੱਧ ਹੁੰਦਾ ਰਿਹਾ। ਬਾਹਰੋਂ ਖਾਣ ਪੀਣ ਦੀਆਂ ਰਸਤਾਂ ਅੰਦਰ ਆਉਣੀਆਂ ਬੰਦ ਹੋ ਗਈਆਂ। ਅੰਦਰ ਜਿਹੜੇ ਸਿੰਘ ਸਨ ਉਹਨਾਂ ਦੇ ਹਾਲਾਤ ਹੋ ਗਏ ਕਿ ਆਕਾਸ਼ ਵਿੱਚ ਚਮਕਦਾ ਪੁੰਨਿਆਂ ਦਾ ਚੰਨ
ਉਹਨੂੰ ਵੇਖ ਕੇ ਏਦਾਂ ਜਾਪਦਾ ਸੀ ਸਿੰਘਾਂ ਨੂੰ ਵੀ ਰੋਟੀ ਆ ਹੱਥ ਪਾ ਕੇ ਰੋਟੀ ਖਾਣਾ ਚਾਹੁੰਦੇ ਸਨ ਲੈ ਕੇ, ਪਰ ਉਹ ਤਾਂ ਚੰਨ ਹੈ, ਕਿੱਥੇ ਹੱਥ ਆਉਂਦਾ। ਦਰਖਤਾਂ ਦੀਆਂ ਛਿੱਲਾਂ ਪੱਤੇ ਸੂਤ ਕੇ ਖਾ ਲਏ ਨੇ, ਉਹ ਵੀ ਨਹੀਂ ਰਹੇ ਹੁਣ। ਇੱਥੋਂ ਤੱਕ ਵੀ ਇਤਿਹਾਸਕਾਰਾਂ ਨੇ ਲਿਖਿਆ ਕਿ ਸਿੰਘਾਂ ਨੇ ਆਪਣੇ ਪੱਟਾਂ ਦਾ ਮਾਸ ਕੱਢ ਕੇ ਉਹ ਵੀ ਖਾਣਾ ਸ਼ੁਰੂ ਕਰ ਦਿੱਤਾ ਭੁੱਖ ਦੇ ਨਾਲ। ਜ਼ਖਮੀ ਹਾਲਤ ਵਿੱਚ ਨੇ, ਅਤੀਸਾਰ ਹੋ ਗਏ। ਸਿੰਘ ਕਹਿੰਦੇ ਰਹੇ ਕਿ ਆਪਾਂ ਲੜੀਏ, ਪਰ ਲੜਨ ਜੋਗੇ ਵੀ ਸਰੀਰਾਂ 'ਚ ਤਾਣ ਨਹੀਂ ਰਹੇ। ਆਖਰਕਾਰ ਕਮਜ਼ੋਰ ਹਾਲਤ ਵਿੱਚ ਸਿੰਘਾਂ ਨੂੰ ਦੁਸ਼ਮਣ ਦਲ ਦੀਆਂ ਫੌਜਾਂ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਸਮੇਤ ਗ੍ਰਿਫਤਾਰ ਕਰ ਲਿਆ। ਲਾਹੌਰ ਤੱਕ ਆਉਂਦਿਆਂ 700 ਸਿੱਖ ਬੰਦੀ ਬਣਾ ਲਏ ਗਏ। ਉਹਨਾਂ ਦਾ ਜਲੂਸ ਕੱਢਦਿਆਂ ਹੋਇਆਂ ਲਾਹੌਰ ਤੋਂ ਦਿੱਲੀ ਲਿਜਾਇਆ ਗਿਆ। ਦਿੱਲੀ ਦੇ ਬਾਜ਼ਾਰਾਂ ਵਿੱਚ ਉਹ ਜਲੂਸ ਫੇਰਿਆ ਗਿਆ। ਅੱਗੇ ਨੇਜੇ ਦੇ ਉੱਤੇ ਇੱਕ ਬਿੱਲੀ ਮਾਰ ਕੇ ਟੰਗ ਦਿੱਤੀ ਕਿ ਅਸੀਂ ਸਿੰਘਾਂ ਦੀ ਬਿੱਲੀ ਤੱਕ ਵੀ ਜਿਉਂਦੀ ਨਹੀਂ ਛੱਡੀ। ਪਰ ਇਹ ਖਾਲਸਾ ਹੈ। ਸਮੇਂ ਦੇ ਹਾਕਮਾਂ ਨੂੰ ਲੱਗਦਾ ਸੀ ਅਸੀਂ ਖਤਮ ਕਰ ਦਿੱਤਾ ਹੈ, ਪਰ ਇਹ ਫੇਰ ਪੈਦਾ ਹੋ ਜਾਂਦਾ, ਕਿਉਂਕਿ ਕਲਗੀਧਰ ਜੀ ਨੇ ਖਾਲਸੇ ਦਾ ਬੀਜ ਸੱਚਖੰਡ 'ਚ ਰੱਖਿਆ ਹੋਇਆ। 700 ਸਿੰਘਾਂ ਦੇ ਸਮੇਤ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਦਿੱਲੀ ਦੇ ਬਾਦਸ਼ਾਹ ਫਰਖਸ਼ੀਰ ਕੋਲ ਪੇਸ਼ ਕੀਤਾ ਗਿਆ। ਕਈ ਤਰ੍ਹਾਂ ਦੇ ਲੁਭਾਵਣੇ ਲਾਲਚ ਦਿੱਤੇ ਗਏ, ਪਰ ਸਿੰਘ ਆਪਣੀ ਸਿੱਖੀ ਤੋਂ ਆਪਣਾ ਆਪਾ ਕੁਰਬਾਨ ਕਰਨ ਵਾਸਤੇ ਠਾਣ ਚੁੱਕੇ ਸਨ। ਹੁਕਮ ਹੋਇਆ ਕਿ 100 ਸਿੰਘਾਂ ਨੂੰ ਰੋਜ਼ ਸ਼ਹੀਦ ਕੀਤਾ ਜਾਏ। ਦਿੱਲੀ ਦੇ ਬਾਜ਼ਾਰ ਵਿੱਚ ਬਿਠਾ ਕੇ 100 ਸਿੰਘਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ। ਉਸ ਵੇਲੇ ਦਾ ਇੱਕ ਅੰਗਰੇਜ਼ ਲਿਖਾਰੀ, ਜੋ ਅੰਗਰੇਜ਼ ਉੱਥੇ ਫਿਰਦਾ ਸੀ, ਕਿਉਂਕਿ 6ਵੇਂ ਪਾਤਸ਼ਾਹ ਦੇ ਸਮੇਂ ਅੰਗਰੇਜ਼ ਹਿੰਦੁਸਤਾਨ ਆ ਗਏ ਸਨ। ਕਿਸੇ ਵਪਾਰ ਦੇ ਸਿਲਸਿਲੇ 'ਚੋਂ ਦਿੱਲੀ ਆਇਆ ਹੋਇਆ, ਉਹਨੇ ਵੇਖਿਆ ਤੇ ਲਿਖਿਆ, ਕਹਿੰਦਾ ਮੈਂ ਹੈਰਾਨ ਹਾਂ ਸਿੰਘਾਂ ਤੋਂ, ਗੁਰੂ ਕੇ ਸਿੱਖਾਂ ਤੋਂ, ਕਿ ਇੱਕ ਇੱਕ ਸਿੰਘ ਦੂਸਰੇ ਸਿੰਘ ਤੋਂ ਪਹਿਲਾਂ ਮੂਹਰੇ ਹੋ ਕੇ ਜਲਾਦ ਨੂੰ ਕਹਿੰਦੇ ਸਨ ਕਿ ਹੇ ਮੁਕਤੀ ਦਾਤਾ, ਪਹਿਲਾਂ ਮੈਨੂੰ ਮੁਕਤੀ ਦੇ। ਉਹਨਾਂ ਅੰਦਰ ਮਰਨ ਦਾ ਇਹੋ ਜਿਹਾ ਜਜ਼ਬਾ ਸੀ, ਸ਼ਹਾਦਤ ਦਾ ਇਹੋ ਜਿਹਾ ਜਜ਼ਬਾ ਸੀ ਕਿ ਉਹ ਜਲਾਦ ਨੂੰ ਵੀ ਮੁਕਤੀ ਦਾਤਾ ਦੱਸਦੇ ਸਨ, ਔਰ ਇੱਕ ਦੂਜੇ ਤੋਂ ਪਹਿਲਾਂ ਅੱਗੇ ਹੋ ਕੇ ਸ਼ਹੀਦ ਹੋਣ ਦਾ ਮਾਣ ਜਜ਼ਬਾ ਆਪਣੇ ਹਿਰਦੇ 'ਚ ਰੱਖਦੇ ਸਨ। 700 ਸਿੰਘ ਜਿਸ ਵੇਲੇ ਸ਼ਹੀਦੀਆਂ ਪਾ ਗਏ, ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਫਰਖਸ਼ੀਰ ਨੇ ਕਿਹਾ, ਹਾਲੇ ਵੇਲਾ ਹੈ, ਤੇਰੇ ਵਰਗਾ ਜਰਨੈਲ ਸਾਨੂੰ ਚਾਹੀਦਾ, ਤੂੰ ਸਾਡਾ ਦੀਨ ਕਬੂਲ ਕਰ ਲੈ। ਬਾਬਾ ਬੰਦਾ ਸਿੰਘ ਜੀ ਨੇ ਆਖਿਆ, ਬਾਦਸ਼ਾਹ ਫਰਖਸ਼ੀਰ, ਮੈਨੂੰ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਜੀ ਦੀ ਸਿੱਖੀ ਪਿਆਰੀ ਹੈ, ਮੈਂ ਆਪਣੇ ਬਾਜਾਂ ਵਾਲੇ ਪ੍ਰੀਤਮ ਦੀ ਸਿੱਖੀ ਦਾ ਤਿਆਗ ਨਹੀਂ ਕਰ ਸਕਦਾ। ਬਾਬਾ ਜੀ ਦਾ 4 ਸਾਲ ਦਾ ਬੱਚਾ ਸੀ ਅਜੈ ਸਿੰਘ, ਬਾਬਾ ਜੀ ਦੀ ਗੋਦ ਵਿੱਚ ਰੱਖ ਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਉਹਦਾ ਕਲੇਜਾ ਕੱਢ ਕੇ ਬਾਬਾ ਜੀ ਦੇ ਮੂੰਹ 'ਚ ਤੁੰਨ ਕੇ ਉਹਦੇ ਖੂਨ ਦੇ ਛਿੱਟੇ ਬਾਬਾ ਜੀ ਦੇ ਮੁਖ ਤੇ ਮਾਰੇ ਗਏ। ਪਰ ਬਾਬਾ ਬੰਦਾ ਸਿੰਘ ਜੀ ਬਹਾਦਰ ਅਡੋਲ ਰਹੇ। ਤਸੀਹੇ ਦਿੱਤੇ ਜਾਣ ਲੱਗੇ, ਸਰੀਰ ਨੂੰ ਤੂੰਬਾ ਕੀਤਾ ਜਾਣ ਲੱਗਾ, ਜਮੂਰਾਂ ਨਾਲ ਮਾਸ ਨੋਚਿਆ ਜਾ ਰਿਹਾ। ਫਰਖਸ਼ੀਰ ਪੁੱਛਦਾ ਬਾਬਾ ਬੰਦਾ ਸਿੰਘ ਜੀ ਪਾਸੋਂ, ਤੂੰ ਕਿਸ ਮਿੱਟੀ ਦਾ ਬਣਿਆ?
ਤੇਰੇ ਸਰੀਰ ਨੂੰ ਬੋਟੀ ਬੋਟੀ ਅਸੀਂ ਕਰ ਦਿੱਤਾ ਹੈ। ਅੱਖਾਂ ਵੀ ਇਤਿਹਾਸਕਾਰ ਕਹਿੰਦੇ ਬਾਬਾ ਜੀ ਦੀਆਂ ਕੱਢ ਦਿੱਤੀਆਂ ਸਨ। ਜਮੂਰਾਂ ਨਾਲ ਬਾਂਸ ਸਰੀਰ ਤੋਂ ਵੱਖਰਾ ਕਰ ਦਿੱਤਾ ਗਿਆ ਸੀ। ਪਿੰਜਰ ਦਿਸਦਾ ਸੀ, ਹੱਡੀਆਂ ਦਿਸਦੀਆਂ ਸੀ। ਕਹਿੰਦਾ ਤੈਨੂੰ ਪੀੜ ਨਹੀਂ ਹੁੰਦੀ, ਦਰਦ ਨਹੀਂ ਹੁੰਦੀ। ਧੰਨ ਬਾਬਾ ਬੰਦਾ ਸਿੰਘ ਜੀ ਬਹਾਦਰ ਕਹਿਣ ਲੱਗੇ, ਫਰਕਸ਼ੀਅਰ ਤੂੰ ਆਪਣੇ ਕਿਲੇ ਵਿੱਚ ਬੈਠਾ ਹੋਵੇਂ, ਤੇਰੇ ਕਿਲੇ ਦੀਆਂ ਦੀਵਾਰਾਂ ਨੂੰ ਕੋਈ ਬਾਹਰੋਂ ਘਾਣਾ ਨਾਲ ਤੋੜੇ ਜਾਂ ਸੋਟੀਆਂ ਡਾਂਗਾ ਮਾਰੇ, ਤੈਨੂੰ ਦਰਦ ਹੋਵੇਗੀ? ਕਹਿੰਦਾ ਨਹੀਂ। ਕਿਉਂ? ਕਹਿੰਦਾ ਮੈਂ ਤਾਂ ਅੰਦਰ ਹਾਂ, ਮੈਂ ਕਿਲਾ ਨਹੀਂ ਹਾਂ। ਕਹਿਣ ਲੱਗੇ ਮੇਰਾ ਵੀ ਇਹ ਸਰੀਰ ਕਿਲਾ ਹੈ, ਮੇਰੀ ਆਤਮਾ ਇਹਦੇ ਅੰਦਰ ਹੈ, ਮੇਰਾ ਉਹ ਸਰੂਪ ਹੈ। ਜੋ ਮੇਰਾ ਸਰੂਪ ਹੈ ਉਹਨੂੰ ਤੇਰੇ ਜਮੂਰ ਨਹੀਂ ਪੁੱਟ ਸਕਦੇ, ਤੇਰੇ ਹਥਿਆਰ, ਤੇਰੇ ਸ਼ਸਤਰ ਅਸਤਰ ਉਹਦਾ ਕੁਝ ਨਹੀਂ ਵਿਗਾੜ ਸਕਦੇ। ਬਾਕੀ ਰਹੀ ਗੱਲ ਇਸ ਸਰੀਰ ਦੀ, ਇਹ ਨਸ਼ਵਰ ਹੈ, ਨਾਸ਼ਵਾਨ ਹੈ, ਤਾਂ ਬਿਨਸਣਾ ਹੀ। ਫਰਕਸ਼ੀਅਰ ਕਹਿਣ ਲੱਗਾ ਬਾਬਾ ਬੰਦਾ ਸਿੰਘ ਜੀ ਨੂੰ, ਦੱਸ ਹੁਣ ਮੈਂ ਤੈਨੂੰ ਕਿਹੜੀ ਮੌਤੇ ਮਾਰਾਂ? ਜਮੂਰਾਂ ਨਾਲ ਮਾਸ ਦੋਚ ਦਿੱਤਾ ਗਿਆ। ਫਿਰ ਪੁੱਛਦਾ ਹੁਣ ਦੱਸ ਮੈਂ ਤੈਨੂੰ ਕਿਹੜੀ ਮੌਤੇ ਮਾਰਾਂ? ਤੇ ਬਾਬਾ ਜੀ ਨੇ ਜਵਾਬ ਦਿੱਤਾ, ਫਰਕਸ਼ੀਅਰ ਜਿਹੜੀ ਮੌਤੇ ਤੂੰ ਮਰਨਾ ਚਾਹੁੰਦਾ ਖੁਦ। ਇਹ ਯਾਦ ਰੱਖੀ, ਜਿਹੜੀ ਮੌਤੇ ਮੈਨੂੰ ਮਾਰੇਗਾ ਉਸੇ ਮੌਤੇ ਤੂੰ ਮਰਨਾ। ਬੈਠ ਕੇ ਬਲਦਾਂ ਦੇ ਪਿੱਛੇ ਬਾਬਾ ਜੀ ਨੂੰ ਘਸੀਟ ਕੇ ਆਖਰਕਾਰ ਸ਼ਹੀਦ ਕਰ ਦਿੱਤਾ ਗਿਆ। ਪਰ ਇਹ ਵੀ ਗੁਰੂ ਕੇ ਸੂਰਮੇ ਦਾ ਵਾਕ ਸੀ, ਪੂਰਾ ਹੋਇਆ। ਫਰਕਸ਼ੀਅਰ ਦੀ ਵੀ ਅੰਤ ਨੂੰ ਇਹੀ ਹਾਲਤ ਹੋਈ। ਘੋੜਿਆਂ ਪਿੱਛੇ ਘਸੀਟ ਕੇ ਇਹਨੂੰ ਮਾਰਿਆ ਗਿਆ ਫਰਕਸ਼ੀਅਰ ਨੂੰ। ਤੋ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਅੱਜ ਦੇ ਦਿਨ ਸ਼ਹਾਦਤ ਦਾ ਜਾਮ ਪ੍ਰਾਪਤ ਕੀਤਾ। ਐਸੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਜੀ ਬਹਾਦਰ ਔਰ ਉਹਨਾਂ ਦੇ ਨਾਲ ਦੇ ਉਹਨਾਂ ਦੇ 700 ਸਾਥੀ, ਉਹਨਾਂ ਸਮੂਹ ਸ਼ਹੀਦਾਂ ਨੂੰ ਕੋਟੀ ਕੋਟੀ ਪ੍ਰਣਾਮ ਤੇ ਨਮਸਕਾਰ ਹੈ। ਅੰਮ੍ਰਿਤ ਵੇਲੇ ਪਾਤਸ਼ਾਹ ਨੇ ਜੋ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ, ਵਡਹੰਸ ਦੀ ਵਾਰ ਹੈ। ਆਓ ਕੁਝ ਸਮੇਂ ਲਈ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੇ ਪਾਵਨ ਸ਼ਬਦ ਦੀ ਵਿਚਾਰ ਨਾਲ ਜੁੜੀਏ। ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਕੀ ਵਾਰ ਮਹਲਾ ਚੌਥਾ। ਲੱਲਾ ਬਹਿਲੀਮਾ ਕੀ ਧੁਨ ਗਾਵਣੀ। ਵਡਹੰਸ ਕੀ ਵਾਰ ਹੈ। ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਇਹ ਪਾਵਨ ਵਾਰ ਉਚਾਰਨ ਕਰ ਰਹੇ ਨੇ। ਲੱਲਾ ਬਹਿਲੀਮਾ ਕੀ ਧੁਨ ਗਾਵਣੀ। ਲੱਲਾ ਤੇ ਬਹਿਲੀਮਾ ਇਹ ਦੋ ਪਹਾੜੀ ਰਿਆਸਤਾਂ ਦੇ ਰਾਜੇ ਹੋਏ ਨੇ। ਦੋਨਾਂ ਰਾਜਿਆਂ ਦੇ ਰਾਜ ਦੀ ਆਪਣੀ ਆਪਸੀ ਹੱਦ ਲੱਗਦੀ ਸੀ। ਰਾਜੇ ਲੱਲਾਂ ਦੇ ਦੇਸ਼ ਦੇ ਵਿੱਚ ਕਾਲ ਪੈ ਗਿਆ, ਮੀਂਹ ਨਾ ਪਵੇ, ਫਸਲ ਸੁੱਕਣ ਲੱਗੀ, ਲੋਕ ਵਿਆਕੁਲ ਹੋ ਗਏ, ਜੇ ਫਸਲਾਂ ਸੁੱਕ ਗਈਆਂ ਤੇ ਭੁੱਖੇ ਮਰ ਜਾਣਗੇ। ਰਾਜੇ ਬਹਿਲੀਮਾ ਦੇ ਦੇਸ਼ ਦੇ ਵਿੱਚੋਂ ਇੱਕ ਨਦੀ ਵਗਦੀ ਸੀ ਪਾਣੀ ਦੀ। ਇਹਨੇ ਰਾਜੇ ਬਹਿਲੀਮਾ ਨਾਲ ਜਾ ਕੇ ਗੱਲਬਾਤ ਕੀਤੀ ਕਿ ਮੇਰੇ ਰਾਜ ਦੀਆਂ ਫਸਲਾਂ ਸੁੱਕਦੀਆਂ ਜਾ ਰਹੀਆਂ, ਮੈਨੂੰ ਤੇਰੇ ਦੇਸ਼ ਵਿੱਚੋਂ, ਤੇਰੇ ਰਾਜ ਵਿੱਚੋਂ ਨਿਕਲਦੇ ਹੋਏ ਇਸ ਨਹਿਰ ਦੇ ਪਾਣੀ ਦਾ ਨਹਿਰੀ ਪਾਣੀ ਚਾਹੀਦਾ। ਉਹਨੇ ਆਖਿਆ ਵੀ ਪਾਣੀ ਮੇਰੇ ਰਾਜ ਦੇ ਵਿੱਚੋਂ ਦੀ ਨਿਕਲਦਾ, ਨਹਿਰ ਮੇਰੇ ਰਾਜ ਦੇ ਵਿੱਚੋਂ ਦੀ ਨਿਕਲਦੀ ਹੈ। ਇਹਦਾ ਪਾਣੀ ਮੈਂ ਤੈਨੂੰ ਇੱਕ ਸ਼ਰਤ ਤੇ ਦੇਵਾਂਗਾ, ਕਿਉਂਕਿ ਬਦਲੇ 'ਚ ਮੈਨੂੰ ਵੀ ਕੁਝ ਚਾਹੀਦਾ। ਜੇ ਮੇਰੇ ਰਾਜ ਦੀ ਇਹ ਵਿਰਾਸਤ ਹੈ, ਮੇਰੇ ਰਾਜ ਦਾ ਇਹ, ਕਿਉਂਕਿ ਜਦੋਂ ਹੜ੍ਹ ਆਉਂਦਾ ਹੈ ਉਦੋਂ ਮੇਰਾ ਰਾਜ ਰੁੜਦਾ। ਨੁਕਸਾਨ, ਜੇ ਨੁਕਸਾਨ ਇਹਦਾ ਮੈਨੂੰ ਹੁੰਦਾ, ਇਹਦਾ ਫਾਇਦਾ ਵੀ ਮੈਨੂੰ ਹੋਣਾ ਚਾਹੀਦਾ। ਇਹ ਨਿਯਮ ਹੈ।
ਤੈਨੂੰ ਜੇ ਮੇਰੇ ਇਸ ਰਾਜ ਦੇ ਵਿੱਚੋਂ ਇਸ ਨਹਿਰ ਦਾ ਨਹਿਰੀ ਪਾਣੀ ਚਾਹੀਦਾ ਤੇ ਬਦਲੇ ਵਿੱਚ ਤੈਨੂੰ ਇਹਦਾ ਮੁੱਲ ਤਾਰਨਾ ਪਏਗਾ, ਦੱਸ ਕੀ ਦੇਂਗਾ? ਕਹਿਣ ਲੱਗਾ, ਜਿਹੜੀਆਂ ਮੇਰੀਆਂ ਫਸਲਾਂ ਤੇਰੇ ਇਸ ਨਹਿਰੀ ਪਾਣੀ ਦੇ ਨਾਲ ਸਿੰਚੀਆਂ ਜਾਣਗੀਆਂ, ਉਹਨਾਂ ਫਸਲਾਂ ਦੇ ਵਿੱਚੋਂ 6ਵਾਂ ਹਿੱਸਾ ਮੈਂ ਤੈਨੂੰ ਦਿਆਂਗਾ। ਇਹ ਮਤਾ ਹੋ ਗਿਆ। ਇਸ ਮਤੇ ਤੋਂ ਬਾਅਦ ਸਿਆਣਾ ਰਾਜਾ ਸੀ, ਰਾਜਾ ਬਹਿਲੀਮਾ, ਉਹਨੇ ਜਦੋਂ ਇਹ ਮਤਾ ਕਰ ਲਿਆ, ਲਿਖਿਆ ਗਿਆ, ਤਾਂ ਉਸ ਵਕਤ ਜਦੋਂ ਫਸਲਾਂ ਪੱਕ ਗਈਆਂ, ਪਾਣੀ ਦੇ ਦਿੱਤਾ, ਉਹਦੀ ਫਸਲ ਵਧੀਆ ਹੋ ਗਈ। ਜਦੋਂ ਫਸਲ ਚੰਗੀ ਹੋਈ, ਵੇਖ ਕੇ ਰਾਜੇ ਲੱਲਾਂ ਦੀ ਨੀਅਤ ਫਿੱਟ ਗਈ। ਨੀਅਤ ਐਸੀ ਫਿੱਟੀ, ਕਹਿੰਦਾ ਮੈਂ ਹੁਣ ਫਸਲ ਨਹੀਂ ਦੇਣੀ। ਉਹਨਾਂ ਆਖਿਆ ਵੀ ਆਪਣਾ ਇਹ ਮਤਾ ਪਾਸ ਹੋਇਆ ਵੀ ਮੈਂ ਆਪਣੇ ਦੇਸ਼ ਦੇ ਵਿੱਚੋਂ ਦੀ ਲੰਘਣ ਵਾਲੀ ਨਹਿਰ ਦਾ ਪਾਣੀ ਤੈਨੂੰ ਦਿੱਤਾ, ਬਦਲੇ 'ਚ ਮੈਂ ਆਪਣਾ ਹੱਕ ਮੰਗ ਰਿਹਾ, ਤੇਰੇ ਕੋਲੋਂ ਇਨਾਮ ਨਹੀਂ ਪਿਆ ਲੈਂਦਾ। ਉਹ ਕਹਿੰਦਾ ਨਹੀਂ, ਇਹ ਕਾਨੂੰਨ ਸੀ। ਦੇਖੋ ਕਿੰਨੀ ਪੁਰਾਣੀ ਵਿਥਿਆ ਹੈ ਇਹ, ਸ਼ਾਇਦ ਅੱਜ ਦੇ ਸਮੇਂ ਦੀ ਵੀ ਇਹੀ ਮੰਗ ਹੈ। ਉਹਨਾਂ ਵੇਲਿਆਂ ਵਿੱਚ ਵੀ ਉਹ ਰਾਜੇ ਕਿਤਨੇ ਦੂਰ ਦ੍ਰਿਸ਼ਟੀ ਵਾਲੇ ਹੋਣਗੇ ਕਿ ਜਿਸ ਨੇ ਆਪਣੇ ਰਾਜ ਵਿੱਚੋਂ ਵਹਿੰਦਾ ਪਾਣੀ ਦੂਸਰੇ ਰਾਜ ਨੂੰ ਦੇਣ ਵੇਲੇ ਪਹਿਲਾਂ ਕਹਿ ਦਿੱਤਾ ਵੀ ਮੈਨੂੰ ਇਹਦੇ ਬਦਲੇ 'ਚ ਕੁਝ ਤਾਂ ਚਾਹੀਦਾ ਹੋਵੇਗਾ, ਫਸਲ ਵਿੱਚੋਂ ਹਿੱਸਾ ਚਾਹੀਦਾ ਹੋਵੇਗਾ। ਕਿਉਂਕਿ ਜੇ ਮੈਂ ਆਪਣੇ ਰਾਜ ਲਈ ਕੋਈ ਚੀਜ਼ ਖਰੀਦਣੀ ਜੋ ਮੇਰੇ ਰਾਜ ਵਿੱਚ ਨਹੀਂ, ਉਹ ਮੈਂ ਤੇਰੇ ਰਾਜ ਚੋਂ ਖਰੀਦ ਕੇ ਲਿਆਉਣਾ। ਤੇਰੇ ਰਾਜ ਦੇ ਵਿੱਚ ਜਿਹੜੀਆਂ ਧਾਤਾਂ ਹੁੰਦੀਆਂ ਨੇ, ਜਿਨਸਾਂ ਹੁੰਦੀਆਂ ਨੇ, ਉਹ ਮੈਂ ਖਰੀਦ ਕੇ ਲਿਆਉਣਾ। ਤੇ ਜੋ ਮੇਰੇ ਰਾਜ ਦੇ ਮੇਰਾ ਹੱਕ ਹੈ, ਉਹ ਤੈਨੂੰ ਵੀ ਫਿਰ ਖਰੀਦ ਕੇ ਲੈਣਾ ਪਵੇਗਾ। ਏਦਾਂ ਹੀ ਰਾਜਾਂ ਦੇ ਪ੍ਰਬੰਧ ਚੱਲਦੇ ਆ। ਇਹ ਥੋੜੀ ਅੰਨ੍ਹੇਵਾਹ ਮਤਿਆਂ ਦੇ ਉੱਤੇ ਆਪਣੇ ਸਾਈਨ ਕਰ ਦਿਓ, ਦਸਖਤ ਕਰ ਦਿਓ, ਅਗਲੀਆਂ ਪੀੜ੍ਹੀਆਂ ਵਾਸਤੇ ਸੋਚਾਂ ਹੀ ਨਾ ਮੈਂ ਕੁਝ ਵੀ ਉਹ ਪਾਣੀ ਤੋਂ ਬਿਨਾਂ ਕੀ ਕਰਨਗੇ। ਉਹ ਆਪਣੇ ਖੇਤਾਂ ਨੂੰ ਕਿਵੇਂ ਸਿੰਚਣਗੇ? ਤੇਰੇ ਵਾਸਤੇ ਤਾਂ ਪੱਕੀ ਨਹਿਰ ਨਿਕਲ ਗਈ, ਇੱਥੋਂ ਪਾਣੀ ਜਾਣਾ। ਤੇ ਜਿਹੜਾ ਮੇਰਾ ਰਾਜ ਸੁੱਕਣਾ ਹੈ, ਮੇਰੇ ਰਾਜ ਦੇ ਲੋਕਾਂ ਨੇ ਪਾਣੀ ਤੋਂ ਬਿਨਾਂ ਪਿਆਸੇ ਮਰਨਾ ਹੈ, ਉਹਨਾਂ ਦਾ ਵਾਰਸ ਕੌਣ ਬਣੇਗਾ? ਮੈਂ ਰਾਜਾ ਹਾਂ ਉਹਨਾਂ ਦਾ। ਮੇਰਾ ਫਰਜ਼ ਬਣਦਾ ਆਪਣੇ ਰਾਜ ਦੇ ਲੋਕਾਂ ਦੇ ਸਮੱਸਿਆ ਨੂੰ ਸਮਝ ਕੇ ਉਹਨਾਂ ਦੇ ਦੁੱਖ ਨੂੰ, ਉਹਨਾਂ ਦੀ ਪੀੜਾ ਨੂੰ ਦੂਰ ਕਰਨਾ। ਪਰ ਹੁਣ ਨੀਅਤ ਫਿੱਟ ਗਈ। ਆਖਿਆ ਹੁਣ ਉਹ ਪਰਿਸਥਿਤੀਆਂ ਨਹੀਂ ਰਹੀਆਂ ਜੋ ਪਹਿਲਾਂ ਸੀ। ਉਸ ਵੇਲੇ ਗੱਲ ਹੋਰ ਸੀ ਜਦੋਂ ਮੈਂ ਪਾਣੀ ਲਿਆ ਸੀ ਤੇਰੀ ਨਹਿਰ ਦਾ, ਪਰ ਅੱਜ ਪਰਿਸਥਿਤੀ ਕੁਝ ਹੋਰ ਹੈ। ਅੱਜ ਨਹੀਂ। ਉਦੋਂ ਮੈਂ ਹੱਥ ਜੋੜ ਲਏ ਸਨ, ਤਰਲਾ ਮਿੰਨਤ ਕਰ ਲਿਆ ਸੀ, ਪਰ ਅੱਜ ਮੈਨੂੰ ਤੇਰੇ ਅੱਗੇ ਹੱਥ ਜੋੜਨ ਦੀ ਜਾਂ ਤਰਲਾ ਮਿੰਨਤ ਕਰਨ ਦੀ ਜ਼ਰੂਰਤ ਨਹੀਂ। ਉੱਥੇ ਫਿਰ ਜੰਗ ਹੋਇਆ ਦੋਨਾਂ ਰਾਜਿਆਂ ਦਾ, ਹੋਣਾ ਹੀ ਸੀ। ਦੋਨੇ ਰਾਜਿਆਂ ਦਾ ਜਦੋਂ ਜੰਗ ਹੋਇਆ, ਉਸ ਜੰਗ ਦੇ ਵਿੱਚ ਰਾਜੇ ਬਹਿਲੀਮਾ ਨੇ ਫਿਰ ਜਿਸ ਬਹਾਦਰੀ ਨਾਲ ਲੜਨਾ ਕੀਤਾ, ਦੋਵੇਂ ਰਾਜੇ ਜਿਵੇਂ ਬਹਾਦਰੀ ਨਾਲ ਲੜੇ, ਉਹਨਾਂ ਦੀ ਉਸ ਲੜਾਈ ਦੀਆਂ ਵਾਰਾਂ ਢਾਡੀਆਂ ਨੇ ਗਾਈਆਂ ਪੌੜੀਆਂ ਬਣਾ ਕੇ। ਜਿਹੜੀਆਂ ਵਾਰਾਂ ਉਹਨਾਂ ਢਾਡੀਆਂ ਨੇ ਜਿਸ ਧੁਨ ਦੇ ਉੱਤੇ ਗਾਈਆਂ, ਉਸ ਧੁਨੀ ਦਾ ਨਾਮ ਰੱਖਿਆ ਲੱਲਾ ਬਹਿਲੀਮਾ ਕੀ ਧੁਨ। ਤੇ ਸਾਹਿਬ ਜੀ ਨੇ ਉਹ ਧੁਨੀ ਇਸ ਪਾਵਨ ਵਾਰ ਵਡਹੰਸ ਦੀ ਵਾਰ ਦੇ ਵਿੱਚ ਉਸੇ ਨੂੰ ਤਰਜੀਹ ਦਿੰਦਿਆਂ ਹੋਇਆ ਇਹਦੀਆਂ ਜਿੰਨੀਆਂ ਪੌੜੀਆਂ ਨੇ ਅੱਗੇ ਆਉਣੀਆਂ ਨੇ, ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੇ ਉਚਾਰਨ ਕੀਤੀਆਂ ਨੇ, ਉਹਨਾਂ ਸਾਰੀਆਂ ਪੌੜੀਆਂ ਦੀ ਜਿਹੜੀ ਧੁਨ ਜਿਵੇਂ ਲੈ ਨਹੀਂ ਹੁੰਦੀ, ਉਹ ਬਿਲਕੁਲ ਇਨ ਬਿਨ ਉਸ ਤਰ੍ਹਾਂ ਦੀ ਰੱਖੀ ਹੈ ਜਿਹੋ ਜੀ ਲੱਲਾ ਬਹਿਲੀਮਾ ਦੀ ਵਾਰ ਦੀ ਪੌੜੀਆਂ ਦੀ ਧੁਨੀ। ਕਿਉਂਕਿ ਵਾਰ ਯੋਧਿਆਂ ਵਾਸਤੇ ਗਾਈ ਜਾਂਦੀ ਸੀ, ਸੂਰਮਿਆਂ ਲਈ ਗਾਈ ਜਾਂਦੀ ਸੀ,
ਤੇ ਗੁਰਦੇਵ ਨੇ ਵੀ ਇਹ ਵਾਰਾਂ ਗਾਈਆਂ ਨੇ ਉਹਨਾਂ ਸੂਰਮਿਆਂ ਲਈ ਜਿਹੜੇ ਆਪਣੇ ਆਤਮਿਕ ਰੰਗ ਦੇ ਵਿੱਚ ਰੰਗੇ ਹੋਏ ਵਿਕਾਰਾਂ ਨਾਲ ਜੂਝਦੇ ਨੇ, ਵਿਕਾਰਾਂ ਨਾਲ ਲੜਦੇ ਨੇ। ਇਸ ਕਰਕੇ 22 ਵਾਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ। ਚੰਡੀ ਦੀ ਵਾਰ ਕਲਗੀਧਰ ਪਾਤਸ਼ਾਹ ਜੀ ਨੇ ਰਚੀ ਹੈ। ਇਸੇ ਤਰ੍ਹਾਂ ਮਾਲ ਕੌਂਸਕੀ ਵਾਰ ਦਾ ਵੀ ਜ਼ਿਕਰ ਆਉਂਦਾ ਹੈ। ਤੋ ਕਲਗੀਆਂ ਵਾਲੇ ਪਾਤਸ਼ਾਹ ਜੀ ਦੀਆਂ ਰਚੀਆਂ ਵਾਰਾਂ ਨੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚ 22 ਵਾਰਾਂ ਸਾਹਿਬ ਨੇ ਰਚੀਆਂ ਨੇ। ਇਹਨਾਂ ਦੀਆਂ ਧੁਨੀਆਂ ਹਨ ਵੱਖੋ ਵੱਖਰੀਆਂ ਵਾਰਾਂ ਦੀਆਂ। 9 ਧੁਨੀਆਂ ਗੁਰੂ ਗ੍ਰੰਥ ਸਾਹਿਬ 'ਚ ਦਰਜ ਕੀਤੀਆਂ। ਆਸਾ ਜੀ ਦੀ ਵਾਰ ਤੁਸੀਂ ਰੋਜ਼ ਸੁਣਦੇ ਹੋ, ਇਹ ਟੁੰਡੇ ਅਸਰਾਜੇ ਦੀ ਧੁਨੀ। ਮਾਝ ਦੀ ਵਾਰ ਦੇ ਵਿੱਚ ਜਿਵੇਂ ਮਲਕ ਮੁਰੀਦ ਚੰਦਰਹੜਾਂ ਦੀ ਸੋਹੀਆਂ ਦੀ ਧੁਨੀ, ਇਹ ਵੀ ਰਾਜੇ ਹੋਏ ਨੇ। ਰਾਏ ਕਮਾਲ ਦੀ ਮੋਜਦੀ ਦੀ ਵਾਰ ਗੁਜਰੀ ਦੇ ਵਿੱਚ, ਉਹਦੀ ਵਾਰ ਦੀ ਧੁਨੀ। ਇਸੇ ਤਰ੍ਹਾਂ ਰਾਗ ਵਡਹੰਸ ਦੀ ਇਹ ਜਿਹੜੀ ਵਾਰ ਹੈ, ਇਹ ਰਾਜੇ ਲੱਲਾਂ ਤੇ ਬਹਿਲੀਮਾਂ ਦੇ ਸੰਬੰਧ ਵਿੱਚ ਉਹਨਾਂ ਦੇ ਜੰਗ ਨੂੰ, ਸੂਰਮਤਾਈ ਨੂੰ ਵੇਖ ਕੇ ਜਿਹੜੀ ਵਾਰ ਗਾਈ ਗਈ, ਉਸ ਵਾਰ ਦੀ ਪੌੜੀ ਦੀ ਤਰਜੀਹ ਤੇ ਇਹ ਪੌੜੀਆਂ ਰਚੀਆਂ ਗਈਆਂ। ਉਸ ਧੁਨ ਦੇ ਉੱਤੇ ਇਸ ਵਾਰ ਦੀਆਂ ਪੌੜੀਆਂ ਗਾਇਨ ਕਰਦੀਆਂ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਇੱਕ ਹੈ ਓੰਕਾਰ, ਜੋ ਸਾਰਿਆਂ ਵਿੱਚ ਵਿਆਪਕ ਔਰ ਸਰਬ ਦਾ ਪ੍ਰਕਾਸ਼ਕ ਹੈ। ਇੱਕ ਅਦੁੱਤੀ ਹੈ ਓੰਕਾਰ, ਸਾਰਿਆਂ ਵਿੱਚ ਵਿਆਪਕ ਤੇ ਸਰਬ ਦਾ ਪ੍ਰਕਾਸ਼ਕ। ਸਤ ਦਾ ਉਪਦੇਸ਼ ਦੇਣ ਵਾਲੇ ਗੁਰੂ ਦੀ ਕਿਰਪਾ ਦੁਆਰਾ ਤਿਸ ਪਾਰ ਬ੍ਰਹਮ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਜੋ ਸਤ ਦਾ ਉਪਦੇਸ਼ ਦੇਣ ਵਾਲੇ ਗੁਰਦੇਵ ਹਨ, ਤਿਸ ਗੁਰਦੇਵ ਦੀ ਦਇਆ ਨਾਲ, ਕਿਰਪਾ ਨਾਲ ਅਕਾਲ ਪੁਰਖ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਸ਼ਲੋਕ ਮਹਲਾ ਤੀਜਾ। ਸ਼ਬਦ ਰਤੇ ਵਡ ਹੰਸ ਹੈ, ਸਚ ਨਾਮ ਉਰ ਧਾਰ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਸ਼ਲੋਕ ਉਚਾਰਨ ਕਰਦੇ ਨੇ। ਪੌੜੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਹੈ। ਸ਼ਲੋਕ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਉਚਾਰਨ ਕਰ ਰਹੇ ਨੇ। ਕਿਉਂਕਿ ਇਹ ਵਾਰਾਂ ਸਾਹਿਬ ਨੇ ਜੋ ਇੱਥੇ ਲਿਖੀਆਂ ਨੇ ਸ਼ਲੋਕਾਂ ਸਮੇਤ ਨੇ। ਵਾਰਾਂ ਦਾ ਸਰੂਪ ਸ਼ਲੋਕਾਂ ਤੋਂ ਬਿਨਾਂ ਵੀ ਹੈ। ਜੈਸੇ ਰਾਮਕਲੀ ਦੀ ਵਾਰ ਹੈ, ਬਸੰਤ ਦੀ ਵਾਰ, ਰਾਏ ਬਲਵੰਡ ਦੀ ਰਾਮਕਲੀ ਦੀ ਵਾਰ ਹੈ, ਚੰਡੀ ਦੀ ਵਾਰ ਹੈ। ਭਾਈ ਗੁਰਦਾਸ ਜੀ ਦੀਆਂ ਵਾਰਾਂ ਨੇ, ਉਹ ਸ਼ਲੋਕਾਂ ਤੋਂ ਰਹਿਤ ਨੇ। ਚੰਡੀ ਦੀ ਵਾਰ ਹੈ, ਉਹਦੇ 'ਚ ਵੀ ਸ਼ਲੋਕ ਨਹੀਂ। ਤੋ ਇਹਦੇ ਵਿੱਚ ਸਤਿਗੁਰਾਂ ਨੇ ਸ਼ਲੋਕਾਂ ਸਮੇਤ ਇਹ ਵਾਰ ਲਿਖੀ ਹੈ। ਸ਼ਲੋਕ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਉਚਾਰਨ ਕਰ ਰਹੇ ਨੇ। ਸ਼ਬਦ ਰੱਤੇ ਵਡ ਹੰਸ ਹੈ। ਜਿਹੜੇ ਸਤਿਗੁਰੂ ਜੀ ਦੇ ਸ਼ਬਦ ਦੇ ਵਿੱਚ, ਗੁਰੂ ਕੇ ਉਪਦੇਸ਼ ਦੇ ਵਿੱਚ ਰੰਗੇ ਗਏ ਨੇ, ਸ਼ਬਦ ਦੇ ਦੁਆਰਾ ਪਰਮੇਸ਼ਰ ਦੇ ਪ੍ਰੇਮ 'ਚ ਰੰਗੇ ਗਏ ਨੇ, ਏਦਾਂ ਵੀ ਕਹਿ ਸਕਦੇ ਹਾਂ। ਕਿਉਂਕਿ ਸ਼ਬਦ ਦੇ ਦੱਦੇ ਨੂੰ ਸਿਆਰੀ, ਸ਼ਬਦ ਦੇ ਦੁਆਰਾ, ਗੁਰੂ ਕੇ ਉਪਦੇਸ਼ ਦੇ ਦੁਆਰਾ ਜਿਹੜੇ ਗੁਰਮੁਖ ਪਿਆਰੇ ਪਰਮੇਸ਼ਰ ਦੇ ਪ੍ਰੇਮ ਰੰਗ ਚ ਰੰਗੇ ਗਏ ਨੇ, ਵਡ ਹੰਸ ਹੈ। ਉਹ ਵੱਡੇ ਵਿਵੇਕੀ ਨੇ। ਹੰਸ ਦਾ ਇੱਥੇ ਅਰਥ ਕਰਾਂਗੇ ਵਿਵੇਕੀ। ਹੰਸ ਨੂੰ ਵਿਵੇਕੀ ਕਹਿੰਦੇ ਨੇ। ਹੰਸ ਨੂੰ ਵਿਵੇਕੀ ਕਿਉਂ ਕਹਿੰਦੇ ਨੇ? ਕਿਉਂਕਿ ਹੰਸ ਦੇ ਕੋਲ ਜਿਹੜੀ ਪਰਮੇਸ਼ਰ ਦੀ ਦਿੱਤੀ ਚੁੰਝ ਹੈ ਨਾ, ਉਹਦੇ 'ਚ ਖਟਾਸ ਹੁੰਦੀ। ਉਹਦੇ ਅੱਗੇ ਦੁੱਧ ਰੱਖੋ ਤੇ ਉਹ ਦੁੱਧ ਵਿੱਚ ਜਦੋਂ ਆਪਣੀ ਚੁੰਝ ਪਾਉਂਦਾ, ਉਹਦੇ ਚੁੰਝ ਦੇ ਵਿੱਚ ਐਸੀ ਤਾਸੀਰ ਹੁੰਦੀ ਹੈ ਵੀ ਦੁੱਧ ਦਾ ਪਾਣੀ ਵੱਖਰਾ ਤੇ ਫੁੱਟੀਆਂ ਵੱਖਰੀਆਂ ਹੋ ਜਾਂਦੀਆਂ। ਪਾਣੀ ਛੱਡ ਕੇ ਉਹ ਫੁੱਟੀਆਂ ਖਾ ਲੈਂਦਾ ਦੁੱਧ ਦੀ। ਇਸੇ ਤਰ੍ਹਾਂ ਜਿਹੜਾ ਗੁਰਮੁਖ ਪਰਮਹੰਸ ਨੂੰ ਮਹਾਰਾਜ ਜੀ ਨੇ ਵਿਵੇਕੀ ਕਿਹਾ ਨਾ, ਜਿਵੇਂ ਪਰਮਹੰਸ ਸ਼ਬਦ ਭਾਈ ਗੁਰਦਾਸ ਜੀ ਨੇ ਵਰਤਿਆ, ਭਾਈ ਪਾਰੋ ਪਰਮਹੰਸ, ਉਹ ਵੱਡੇ ਵਿਵੇਕੀ ਲਈ ਵਰਤਿਆ, ਜਿਹੜਾ ਵਿਵੇਕੀ ਹੋਵੇ, ਵਿਚਾਰਵਾਨ ਹੋਵੇ। ਉਹਦੇ ਕੋਲ ਵੀ ਸਾਹਿਬ ਨੇ ਵਿਚਾਰ ਦੀ ਚੁੰਝ ਦਿੱਤੀ ਆ, ਜਿਹਦੇ ਨਾਲ ਉਹ ਸੱਚ ਤੇ ਝੂਠ ਦਾ ਨਿਰਣਾ ਕਰ ਲੈਂਦਾ। ਸੱਚ ਕੀ ਆ ਤੇ ਝੂਠ ਕੀ ਆ, ਝੂਠ ਦਾ ਤਿਆਗ ਕਰਕੇ ਸੱਚ ਨੂੰ ਗ੍ਰਹਿਣ ਕਰ ਲੈਂਦਾ। ਉਹਨੂੰ ਕਹਿੰਦੇ ਨੇ ਬੜਾ ਹੰਸ। ਨਕਟੀ ਕੋ ਠਨਗਨ ਬਾਡਾ ਡੂ, ਕਿਨਹਿ ਵਿਵੇਕੀ ਕਾਟੀ ਤੂੰ। ਨਕਟੀ ਕੋ
ਠਨਗਨ ਬਾਡਾ ਡੂੰ ਕਿਨਹਿ ਬਵੇਕੀ ਕਾਟੀ ਤੂੰ। ਇਹ ਜਿਹੜੀ ਨਕਟੀ ਮਾਇਆ ਹੈ, ਕਹਿੰਦੇ ਇਸ ਨੂੰ ਕੱਟਣ ਵਾਲਾ ਕੋਈ ਵਿਰਲਾ ਵਿਵੇਕੀ ਹੈ ਜਿਹੜਾ ਇਸ ਨੂੰ ਕੱਟ ਦਿੰਦਾ, ਨਹੀਂ ਤਾਂ ਇਹ ਸਾਰਿਆਂ ਨੂੰ ਕੱਟੀ ਫਿਰਦੀ ਹੈ। ਪਰ ਇਹਨੂੰ ਕੱਟਣ ਵਾਲਾ ਕੋਈ ਵਿਰਲਾ ਵਿਵੇਕੀ ਪੁਰਸ਼ ਹੈ ਜਿਹੜਾ ਵਿਵੇਕ ਰੱਖਦਾ, ਵਿਚਾਰ ਰੱਖਦਾ। ਵਿਵੇਕ ਦਾ ਮਤਲਬ ਵਿਚਾਰਵਾਨ, ਜੋ ਸਾਰ ਤੇ ਅਸਾਰ ਦੀ ਵਿਚਾਰ ਕਰ ਲੈਂਦਾ, ਉਹ ਵਿਵੇਕੀ ਹੈ, ਉਹ ਵਡਹੰਸ ਹੈ। ਗੁਰਮਤਿ ਦੇ ਵਿੱਚ ਖਾਣ ਪੀਣ ਦਾ ਵੀ ਵਿਵੇਕ ਹੈ, ਵਿਚਾਰ ਕਰਕੇ ਜੋ ਮੈਂ ਖਾਣ ਲੱਗਾ ਮੇਰੇ ਸਰੀਰ ਲਈ ਸਹੀ ਹੈ, ਵਿਹਤ ਹੈ, ਕਿਸ ਢੰਗ ਨਾਲ ਬਣਿਆ, ਜੋ ਬਣਨ ਦਾ ਤਰੀਕਾ ਸਹੀ ਹੈ, ਕਿਸ ਤਰੀਕੇ ਨਾਲ ਬਣਾ ਕੇ ਇਹ ਪਰੋਸਿਆ ਗਿਆ ਕਿ ਇਹ ਮੇਰੇ ਖਾਣ ਦੇ ਲਾਇਕ ਹੈ। ਉੱਥੇ ਫਿਰ ਗੁਰਮੁਖ ਜਨ ਖਾਣ ਦਾ ਵੀ ਵਿਵੇਕ ਰੱਖਦੇ ਆ, ਖਾਣ ਵਿੱਚ ਵੀ ਵਿਵੇਕ ਵਿਚਾਰ। ਇਸੇ ਕਰਕੇ ਪੁਰਾਤਨ ਬਹੁਤ ਸਾਰੇ ਸਿੰਘ ਹੁਣ ਵੀ ਦਲਾਂ ਪੰਥਾਂ ਦੇ ਵਿੱਚ, ਕਈ ਜਥੇਬੰਦੀਆਂ ਵਿੱਚ ਸਰਬਲੋਹ ਦੇ ਬਾਟਿਆਂ 'ਚ ਭੋਜਨ ਤਿਆਰ ਹੁੰਦਾ, ਔਰ ਉਹ ਆਪਣੇ ਹੱਥੀਂ ਅੰਮ੍ਰਿਤਧਾਰੀ ਸਿੰਘਾਂ ਦੇ ਹੱਥੀਂ ਤਿਆਰ ਹੁੰਦਾ, ਉਹੀ ਛਕਿਆ ਜਾਂਦਾ। ਉਹਦੇ ਵਿੱਚ ਵੀ ਵਿਚਾਰ ਹੈ। ਉਹਦਾ ਕਾਰਨ ਇਹ ਵੀ ਸੀ ਕਿ ਕਿਸੇ ਸਮੇਂ ਤੁਰਕਾਂ ਦਾ, ਦੁਸ਼ਮਣਾਂ ਦਾ ਰਾਜ ਸੀ। ਉਹਨਾਂ ਦੇ ਰਾਜ ਵਿੱਚ ਜਦੋਂ ਭੋਜਨ ਉਹ ਬਣਾਉਣਗੇ, ਵਿੱਚ ਜ਼ਹਿਰ ਨਾ ਮਿਲਾ ਕੇ ਫੌਜ ਨੂੰ ਛਕਾ ਦੇਣ, ਉਹਦੇ ਵਿੱਚ ਵੀ ਇਹ ਵਿਚਾਰ ਸਿੰਘਾਂ ਨੇ ਪੁਰਾਤਨ ਸਮੇਂ ਦੀ। ਰਵਾਇਤਾਂ ਮਰਿਆਦਾਵਾਂ ਜਿਹੜੀਆਂ ਨੇ ਪੰਥ ਵਿੱਚ ਹੁਣ ਵੀ ਉਸੇ ਤਰ੍ਹਾਂ ਪ੍ਰਚਲਿਤ ਨੇ। ਉਹ ਰੱਖੜੀਆਂ ਵੀ ਚਾਹੀਦੀਆਂ ਨੇ ਤਾਂ ਜੋ ਅਸੀਂ ਆਪਣੀਆਂ ਅਗਲੀਆਂ ਪੁਸ਼ਤਾਂ ਤੱਕ ਉਹ ਪਰੰਪਰਾਵਾਂ ਜੋ ਸਾਨੂੰ ਸਾਡੇ ਵਡੇਰਿਆਂ ਤੋਂ, ਬਜ਼ੁਰਗਾਂ ਤੋਂ ਪ੍ਰਾਪਤ ਹੋਈਆਂ ਨੇ, ਉਹ ਦੇ ਸਕੀਏ। ਵੇਖਣ ਦਾ ਵੀ ਵਿਵੇਕ ਹੈ, ਸੁਣਨ ਦਾ ਵੀ ਵਿਵੇਕ ਹੈ, ਖਾਣ ਦਾ ਵੀ ਵਿਵੇਕ ਹੈ। ਕੇਵਲ ਖਾਣ ਦਾ ਹੀ ਵਿਵੇਕ ਨਹੀਂ ਹੈ, ਵੇਖਣ ਸੁਣਨ ਦਾ ਵੀ ਵਿਵੇਕ ਹੈ। ਕੀ ਵੇਖਣਾ? ਵਿਚਾਰ ਕਰਨੀ। ਕੀ ਸੁਣਨਾ? ਇਹਦੇ ਬਾਰੇ ਵੀ ਵਿਵੇਕ ਵਿਚਾਰ ਕਰਨੀ, ਵੀ ਮੈਂ ਇਹ ਸੁਣਾ ਕਿ ਨਾ ਸੁਣਾ। ਕਿਤੇ ਐਸਾ ਸੁਣਨ ਨਾਲ ਮੇਰਾ ਮਨ ਨਸ਼ਰਦਕ ਤਾਂ ਨਹੀਂ ਹੁੰਦਾ, ਕਿਤੇ ਐਸਾ ਸੁਣਨ ਨਾਲ ਮੇਰਾ ਮਨ ਵਿਅਭਿਚਾਰੀ ਵਿਕਾਰੀ ਤਾਂ ਨਹੀਂ ਹੁੰਦਾ। ਕੀ ਸੁਣਨਾ? ਇਹਦੇ ਬਾਰੇ ਵੀ ਵਿਚਾਰ ਹੋਣੀ ਚਾਹੀਦੀ ਹੈ। ਕੀ ਨਹੀਂ ਸੁਣਨਾ? ਇਹਦੇ ਬਾਰੇ ਵੀ ਵਿਚਾਰ ਹੋਣੀ ਚਾਹੀਦੀ ਹੈ। ਖਾਣਾ ਕੀ ਹੈ? ਇਹਦੇ ਬਾਰੇ ਵੀ। ਕੀ ਨਹੀਂ ਖਾਣਾ? ਉਹਦੇ ਬਾਰੇ ਵੀ। ਕਿਉਂ ਨਹੀਂ ਖਾਣਾ? ਉਹਦਾ ਕਾਰਨ ਕੀ ਹੈ? ਉਹਦੇ ਬਾਰੇ ਵੀ ਵਿਚਾਰ ਲੈਣਾ ਚਾਹੀਦਾ। ਉਹਦਾ ਕਾਰਨ ਵੀ ਹੋਣਾ। ਕਿਉਂ ਨਹੀਂ ਖਾਣਾ? ਨਹੀਂ ਖਾਣਾ ਇਹ ਤਾਂ ਮੰਨ ਲਿਆ, ਪਰ ਉਹ ਖਾਣਾ ਕਿਉਂ ਨਹੀਂ? तो ਬੱਚਾ ਪੁੱਛ ਲੈ, ਸਵਾਲ ਕਰ ਲਵੇ ਤਾਂ ਉਹਦਾ ਕਾਰਨ ਇਸ ਕਰਕੇ ਨਹੀਂ ਖਾਣਾ, ਇਹਦਾ ਕਾਰਨ ਇਹ, ਇਹਦੇ ਬਣਾਉਣ ਦਾ ਤਰੀਕਾ ਸਹੀ ਨਹੀਂ ਸੀ। ਬਣਾਉਣ ਵਾਲੇ ਨੇ ਖਬਰੇ ਹੱਥ ਧੋਏ ਨੇ ਕਿ ਨਹੀਂ ਧੋਏ। ਬਣਾਉਣ ਵਾਲਾ ਕੀ ਪਤਾ ਉੱਤੇ ਉਹ ਜਗਤ ਜੂਠ ਖਾ ਰਿਹਾ ਹੈ ਜਾਂ ਉਹ ਬੀੜੀ ਪੀ ਰਿਹਾ, ਤਮਾਕੂ ਦਾ ਸੇਵਨ ਕਰ ਰਿਹਾ, ਕਿਸ ਤਰੀਕੇ ਨਾਲ ਬਣਾ ਰਿਹਾ ਨਹੀਂ ਪਤਾ। ਉਹਦੇ ਹੱਥ ਕਿਤਨੇ ਮੈਲੇ ਨੇ, ਹੱਥ ਧੋਏ ਨੇ ਕਿ ਨਹੀਂ ਧੋਏ। ਉਹਦੇ ਹੱਥਾਂ ਦੇ ਵਿੱਚ ਪਤਾ ਨਹੀਂ ਕਿਤਨੇ ਜਰਾਸੀਨ ਹੋਣਗੇ। ਵਿਵੇਕ ਨਹੀਂ ਖਾਣਾ, ਉਹਦੇ ਬਾਰੇ ਵੀ ਵਿਵੇਕ। ਕਿਉਂ ਨਹੀਂ ਖਾਣਾ, ਉਹਦੇ ਬਾਰੇ ਵੀ ਵਿਵੇਕ। ਜੋ ਖਾਣਾ ਉਹਦੇ ਬਾਰੇ ਵੀ ਵਿਵੇਕ ਕਿ ਸਾਡੇ ਸਰੀਰ ਲਈ ਉਪਯੋਗੀ ਹੈ, ਵੈਦਿਕ ਰੂਪ ਦੇ ਵਿੱਚ ਵੀ ਉਪਯੋਗੀ ਹੈ। ਸਰਬਲੋਹ 'ਚ ਬਣਿਆ ਹੋਇਆ ਭੋਜਨ ਉਹ ਸਾਡੇ ਸਰੀਰ ਦੇ ਵਿੱਚ ਜਿਹੜੀ ਲੋਹੇ ਦੀ ਕਾਮੀ ਹੈ ਉਹਨੂੰ ਵੀ ਪੂਰਿਆ ਕਰ ਸਕਦਾ ਹੈ। ਉਹਦੇ ਨਾਲ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਲੜਨ ਦੀ ਤੋਂ ਵਿਵੇਕ ਹੋਣਾ ਚਾਹੀਦਾ ਹੈ। ਕੋਈ ਖਾਵੇ ਸਰਬਲੋਹ ਦੇ ਬਾਟੇ 'ਚ, ਨਾ ਖਾਵੇ ਗੱਲ ਵੱਖਰੀ ਹੈ, ਪਰ ਜਿਹੜੇ ਖਾ ਰਹੇ ਨੇ ਉਹਨਾਂ ਤੇ ਕਿੰਤੂ ਨਹੀਂ ਹੋਣਾ ਚਾਹੀਦਾ। ਅਸੀਂ ਨਹੀਂ ਖਾਂਦੇ ਕੋਈ ਗੱਲ ਨਹੀਂ, ਪਰ ਜੋ ਮਰਿਆਦਾ ਨੂੰ ਸੰਭ ਕੇ ਪਾਲ ਕੇ ਚੱਲ ਰਹੇ ਨੇ ਹੱਠ ਤੱਪ ਦੇ ਵਿੱਚ, ਉਹਨਾਂ ਨੂੰ ਨਮਸਕਾਰ ਹੈ। ਉਹਨਾਂ ਤੇ ਕਿੰਤੂ ਕਰਨਾ, ਉਹਨਾਂ ਤੇ ਸੰਦੇਹ ਕਰਨਾ ਵੀ ਆਪ ਤਾਂ ਸਾਡੀ ਜ਼ੁਬਾਨ ਰਾਲਾਂ ਛੱਡਦੀ ਹੈ ਵੇਖ ਕੇ ਕਈ ਤਰ੍ਹਾਂ ਦੇ ਪਦਾਰਥ। ਉਹਨਾਂ ਨੇ ਆਪਣੇ ਮਨ ਦੇ ਉੱਤੇ ਕਿੰਨਾ ਸੰਜਮ ਰੱਖ ਲਿਆ ਹੋਇਆ ਵੀ ਛਕਣਾ ਹੀ ਉਹ ਹੈ ਜਿਹੜਾ ਲੰਗਰ ਦੇ ਵਿੱਚ ਤਿਆਰ ਹੋਣਾ, ਵਿਵੇਕ ਦੇ ਲੰਗਰ ਵਿੱਚ ਤਿਆਰ ਹੋਣਾ। ਮਨ ਹੀ ਨਹੀਂ ਜਾਂਦਾ ਉਹਨਾਂ ਦਾ ਹੋਰ ਬਾਹਰ ਦੇ ਪਦਾਰਥਾਂ ਨੂੰ ਵੇਖ ਕੇ ਵੀ ਇਹ ਵੀ ਖਾਣੇ। ਤੋ ਇਸ ਤਰ੍ਹਾਂ ਦਾ ਵਿਵੇਕ
ਹੱਥ ਵਿੱਚ ਪਾਇਆ ਕੜਾ ਵੀ ਵਿਵੇਕ ਦਿੰਦਾ ਹੈ, ਵਿਚਾਰ ਦਿੰਦਾ ਹੈ। ਤੇੜ ਪਾਇਆ ਕਛਹਿਰਾ ਵੀ ਸਾਨੂੰ ਵਿਵੇਕ ਵਿਚਾਰ ਦਿੰਦਾ ਹੈ। ਗਾਤਰੇ ਪਾਈ ਤਲਵਾਰ ਵੀ ਸਾਨੂੰ ਵਿਵੇਕ ਦਿੰਦੀ ਹੈ, ਵਿਚਾਰ ਦੇ ਨਾਲ ਵੀ ਇਹਦੀ ਵਰਤੋਂ ਕਿੱਥੇ ਕਰਨੀ, ਕਿੱਥੇ ਨਹੀਂ ਕਰਨੀ। ਐਸਾ ਨਹੀਂ ਕਿ ਬਿਨਾਂ ਕਾਰਨ ਤੋਂ ਇਹਦੀ ਵਰਤੋਂ, ਜਿੱਥੇ ਕਿੱਥੇ ਜ਼ਰੂਰਤ ਹੁੰਦੀ ਹੈ, ਕਿੱਥੇ ਅਖੀਰ ਨੂੰ ਇੰਤਹਾ ਹੁੰਦੀ ਹੈ, ਜਦੋਂ ਹਰ ਹਿੱਲੇ ਵਸੀਲੇ ਮੁੱਕ ਜਾਣ, ਫਿਰ ਤਾਂ ਇਸੇ ਨਹੀਂ ਵਿਚਾਰ ਤੋਂ। ਵਿਚਾਰ ਵਿਵੇਕ ਏਦਾਂ ਗੁਰਸਿੱਖ ਦੇ ਸਾਰੇ ਜੀਵਨ ਦਾ ਨਿਖੜਵਾਂ ਅੰਗ ਹੈ ਵਿਚਾਰ। ਜਿਹੜੇ ਸਤਿਗੁਰਾਂ ਦੇ ਉਪਦੇਸ਼ ਦੇ ਰੰਗ ਵਿੱਚ ਰੰਗੇ ਹੋਏ ਨੇ ਉਹ ਵਡਹੰਸ ਨੇ। ਵਡਹੰਸ ਦਾ ਮਤਲਬ ਵਿਚਾਰਵਾਨ ਨੇ, ਔਰ ਵੱਡੇ ਵਿਚਾਰਵਾਨ, ਕਿ ਅਖੀਰ ਨੂੰ ਇਹ ਵਿਚਾਰ ਕਰਦਿਆਂ ਉਹ ਇਸ ਤਤਵ ਤੱਕ ਪਹੁੰਚ ਜਾਂਦੇ ਨੇ ਜਿੱਥੇ ਸਿਰਫ ਆਤਮ ਰਾਮ ਹੀ ਪ੍ਰਕਾਸ਼ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਉਹ ਵਡਹੰਸ ਨੇ, ਔਰ ਸੱਚੇ ਨਾਮ ਨੂੰ ਉਹਨਾਂ ਗੁਰਮੁਖਾਂ ਨੇ ਆਪਣੇ ਹਿਰਦੇ 'ਚ ਧਾਰਨ ਕੀਤਾ ਹੋਇਆ ਹੈ। ਸੱਚ ਸੰਗ ਰਹਿ ਹੈ, ਸਾਧ ਸੱਚ ਰਹਿ ਹੈ, ਸੱਚਾ ਨਾਮ ਪਿਆਰ। ਸੱਚ ਨੂੰ ਇਕੱਤਰ ਕਰਦੇ ਨੇ, ਸੰਗ੍ਰਹਿ ਇਕੱਠਾ ਕਰਦੇ ਨੇ। ਸਾਧ ਸੱਚ ਰਹਿ, ਸਦਾ ਸੱਚ ਵਿੱਚ ਹੀ ਰਹਿੰਦੇ ਨੇ। ਸੱਚਾ ਨਾਮ ਪਿਆਰ, ਸੱਚੇ ਦੇ ਨਾਮ ਨਾਲ ਹੀ ਉਹ ਗੁਰਮੁਖ ਵਡਹੰਸ ਪ੍ਰੇਮ ਰੱਖਦੇ ਨੇ, ਪਿਆਰ ਰੱਖਦੇ ਹਨ। ਸਦਾ ਨਿਰਮਲ ਮੈਲ ਨ ਲੱਗਈ, ਨਦਰ ਕੀਤੀ ਕਰਤਾਰ। ਐਸੇ ਜਿਹੜੇ ਗੁਰਮੁਖ ਜਨ ਹਨ ਉਹ ਸਦਾ ਹੀ ਨਿਰਮਲ ਨੇ, ਸਦਾ ਹੀ ਸ਼ੁੱਧ ਨੇ, ਸਦਾ ਹੀ ਪਵਿੱਤਰ ਨੇ। ਇਹੋ ਜਿਹੇ ਜਿਹੜੇ ਵਡਹੰਸ ਜਿਨ੍ਹਾਂ ਦਾ ਉੱਤੇ ਜ਼ਿਕਰ ਕਰ ਆਏ ਨੇ ਉਹ ਸਦਾ ਹੀ ਨਿਰਮਲ ਨੇ। ਉਹਨਾਂ ਨੂੰ ਕਦੇ ਕਿਸੇ ਪ੍ਰਕਾਰ ਦੇ ਵਿਕਾਰ ਦੀ ਮੈਲ ਨਹੀਂ ਲੱਗਦੀ, ਮੈਲ ਨਾ ਲੱਗੇ। ਉਹਨਾਂ ਤੇ ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਪਣੀ ਨਦਰ ਕੀਤੀ। ਨਦਰ ਕੀ ਕਰਤਾਰ, ਕਰਤਾਰ ਨੇ ਉਹਨਾਂ ਤੇ ਆਪਣੀ ਨਦਰ ਕੀਤੀ ਹੈ। ਨਾਨਕ ਹਉ ਤਿਨ ਕੈ ਬਲਿਹਾਰਨੈ, ਜੋ ਅਨ ਦਿਨ ਜਪ ਹੈ ਮੁਰਾਰ। ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਫਰਮਾਉਂਦੇ ਹਨ ਕਿ ਮੈਂ ਤਿਨਾਂ ਤੋਂ ਬਲਿਹਾਰਨੇ ਵਾਰੇ ਜਾਂਦਾ ਹਾਂ ਜਿਹੜੇ ਰਾਤ ਦਿਨ ਆਪਣੇ ਉਸ ਵਾਹਿਗੁਰੂ ਪਰਮੇਸ਼ਰ ਦੇ ਜਾਪ ਨੂੰ ਜਪਦੇ ਹਨ। ਆਨ ਦਿਨ ਜਪ ਹੈ ਮੁਰਾਰ, ਰਾਤ ਦਿਨ ਜਪਦੇ ਨੇ ਉਸ ਮੁਰਾਰ ਵਾਹਿਗੁਰੂ ਨੂੰ, ਪਰਮੇਸ਼ਰ ਨੂੰ। ਉਹ ਰਾਤ ਦਿਨ ਜਪਣ ਵਾਲਿਆਂ ਤੋਂ ਮੈਂ ਬਲਿਹਾਰ ਜਾਂਦਾ, ਵਾਰੇ ਜਾਂਦਾ। ਹਾਂਜੀ। ਮਹੱਲਾ ਤੀਜਾ। ਮੈਂ ਜਾਣਿਆ ਵਡਹੰਸ ਹੈ, ਤਾ ਮੈਂ ਕੀਆ ਸੰਗ। ਉਹਨਾਂ ਮਹਾਂਪੁਰਸ਼ਾਂ ਸਾਧੂਆਂ ਦਾ ਜਿਹੋ ਜਿਹਾ ਚਾਲ ਚਲਨ ਸੀ ਬਾਹਰ ਦਾ, ਉਹਨੂੰ ਵੇਖ ਕੇ ਕਈਆਂ ਨੇ ਆਖਿਆ ਵੀ ਚਲੋ ਇਹ ਤਾਂ ਵਾਹਵਾ ਲੋਕ ਮਾਣ ਸਤਿਕਾਰ ਕਰਦੇ ਐ, ਆਪਾਂ ਵੀ ਇਦਾਂ ਦੇ ਬਣ ਗਏ। ਬਾਹਰੋਂ ਦੀ ਕਿਰਿਆ ਉਦਾਂ ਦੀ ਬਣਾ ਲਈ। ਹੰਸ ਤੇ ਬਗਲਾ ਬਾਹਰੋਂ ਵੇਖਣ ਨੂੰ ਦੋਵੇਂ ਇੱਕੋ ਜਿਹੇ ਲੱਗਦੇ, ਚਿੱਟੇ ਉਜਵਲ, ਪਰ ਉਹ ਕਿਰਿਆ ਕਰਕੇ ਪਛਾਣੇ ਜਾਂਦੇ ਨੇ, ਵੇਖਣ ਨੂੰ ਇੱਕੋ ਜਿਹੇ। ਕਹਿੰਦੇ ਜਿਹੜੇ ਇਹੋ ਜਿਹੇ ਦੰਭੀ ਹੁੰਦੇ ਨੇ, ਪਖੰਡੀ, ਉਹਨਾਂ ਨੂੰ ਵੇਖ ਕੇ ਆਮ ਜਿਹੜੇ ਸਧਾਰਨ ਲੋਕ ਨੇ, ਜਗਿਆਸੂ ਨੇ, ਉਹ ਭਰਮ ਗਏ। ਉਹਨਾਂ ਆਖਿਆ ਇਹ ਵੀ ਵਡਹੰਸ ਹੈ। ਬਗਲੇ ਨੂੰ ਵੇਖ ਕੇ ਉਹਨਾਂ ਨੇ ਕਿਹਾ ਵੀ ਇਹ ਵੀ ਵਡਹੰਸ ਹੈ, ਇਹ ਵੀ ਸੰਤ ਹੈ, ਇਹ ਵੀ ਮਹਾਤਮਾ ਹੈ। ਪਰ ਨਿਗਲਿਆ ਪਖੰਡੀ, ਪਰ ਉਹਦੀ ਸੰਗਤ ਕਰਨ ਲੱਗ ਪਏ। ਇਹਦੇ ਲਈ ਵੀ ਵਿਵੇਕ ਚਾਹੀਦਾ ਨਾ, ਵਿਚਾਰ ਚਾਹੀਦੀ ਹੈ ਕਿ ਕੇਵਲ ਪਹਿਰਾਵਾ ਤਾਂ ਨਹੀਂ ਸੰਤ ਹੁੰਦਾ। ਠੀਕ ਹੈ, ਕਿਸੇ ਹੱਦ ਤੱਕ ਬਾਹਰਲਾ ਬਾਣਾ ਗੁਰਸਿੱਖ ਸਰੀਰ ਤੇ ਧਾਰਨ ਕਰਦੇ ਨੇ, ਉਹਦੀ ਵੀ ਮਹੱਤਤਾ ਹੈ। ਪਰ ਜੇ ਕਿਰਿਆ ਸਹੀ ਨਹੀਂ ਹੈ, ਕਰਮ ਸਹੀ ਨਹੀਂ ਹਨ, ਤੇ ਕੇਵਲ ਬਾਹਰੀ ਸਵਰੂਪ ਨੂੰ ਵੇਖ ਕੇ ਹੀ ਕੋਈ ਭਰਮ ਜਾਏ, ਉਹਦੇ ਲਈ ਵੀ ਵਿਚਾਰ ਚਾਹੀਦੀ ਹੈ। ਪਹਿਲਾਂ ਵਿਵੇਕ ਚਾਹੀਦਾ। ਵਿਵੇਕ ਦੇ ਉਸ ਤੱਕੜੀ ਵਿੱਚ, ਵਿਵੇਕ ਦੀ ਤੱਕੜੀ ਵਿੱਚ ਪਾ ਕੇ ਤੋਲ ਲੈਣਾ ਚਾਹੀਦਾ ਕਿ ਵਾਕਈ ਸੰਤ ਹੈ ਜਾਂ ਕੇਵਲ ਸੰਤਗਿਰੀ ਹੋਣ ਦਾ ਢੋਂਗ ਹੀ ਹੈ। ਐਸਾ ਨਹੀਂ ਕਿ ਵੇਖਦੇ ਅੱਖਾਂ ਮੀਜ ਕੇ ਬਸ ਅੰਨੇ ਵਾਹ ਸ਼ਰਧਾ ਰੱਖ ਲੈਣੀ, ਪਹਿਲਾਂ ਵਿਚਾਰ ਕਰਕੇ ਵੇਖ ਲੈਣੀ।
ਕਿਤੇ ਹੰਸ ਦੀ ਜਗ੍ਹਾ ਦੇ ਉੱਤੇ ਬਗਲਾ ਤਾਂ ਨਹੀਂ ਬੈਠਾ, ਪਖੰਡੀ ਤਾਂ ਨਹੀਂ ਹੈ। ਪਰ ਅਕਸਰ ਕਈ ਵਾਰ ਉਹਨਾਂ ਪਖੰਡੀ ਬਗਲਿਆਂ ਕਰਕੇ ਜਿਹੜੇ ਹੰਸ ਬਿਰਤੀ ਵਾਲੇ ਮਹਾਤਮਾ ਹੁੰਦੇ ਨੇ ਉਹ ਵੀ ਭੰਡੇ ਜਾਂਦੇ ਨੇ। ਆਮ ਲੋਕਾਂ ਨੂੰ ਇਹ ਵੀ ਵਿਚਾਰ ਇਹਦਾ ਵੀ ਨਹੀਂ ਪਤਾ, ਉਹ ਜਿਹੜੇ ਹੰਸ ਨੇ ਉਹਨਾਂ ਦੀ ਵੀ ਭੰਡੀ ਕਰੀ ਜਾਂਦੇ ਨੇ ਜੀ, ਸਾਰੇ ਹੀ ਇਹੋ ਜਿਹੇ ਹੁੰਦੇ ਆ। ਐਸਾ ਨਹੀਂ ਹੁੰਦਾ। ਇਹ ਵਿਚਾਰ ਅਸੀਂ ਕਰਨੀ ਆ ਆਪਣੀ ਬੁੱਧੀ ਦੇ ਤਕੜੇ ਵਿੱਚ, ਤਰਾਜੂ ਵਿੱਚ ਪਾ ਕੇ, ਕਿ ਇਹ ਸਹੀ ਹੈ। ਤੋ ਕਹਿੰਦੇ ਮੈਂ ਜਾਣਿਆ ਸੀ ਵੀ ਵਡਹੰਸ ਹੋਵੇਗਾ ਤੇ ਮੈਂ ਜਾ ਕੇ ਸੰਗ ਕਰ ਲਿਆ, ਮੈਂ ਜਾ ਕੇ ਉਹਦੀ ਸੰਗਤ ਕਰਨ ਲੱਗ ਪਿਆ। ਹਾਂਜੀ, ਜੇ ਜਾਣਾ ਬਗ ਬਪੋੜਾ ਤਾ ਜਨਮ ਨਾ ਦੇਂਦੀ ਅੰਗ। ਪਰ ਜੇ ਮੈਨੂੰ ਪਤਾ ਹੁੰਦਾ ਵੀ ਇਹ ਤਾਂ ਨੀਚ ਬਗਲਾ, ਡੱਡੀਆਂ ਮੱਛੀਆਂ ਖਾਣ ਵਾਲਾ, ਤਾਂ ਕਹਿੰਦੇ ਮੈਂ ਮੁੱਢ ਤੋਂ ਹੀ ਇਹੋ ਜਿਹੇ ਬੰਦੇ ਦੇ, ਇਹੋ ਜਿਹੇ ਜਿਹੜੇ ਪਖੰਡੀ ਦੇ ਕੋਲ ਨਾ ਜਾਂਦੀ। ਅੰਗ ਦਾ ਮਤਲਬ ਉਹਦੀ ਸ਼ਕਲ ਵੀ ਨਾ ਵੇਖਦੀ, ਉਹਦਾ ਮੂੰਹ ਵੀ ਨਾ ਵੇਖਦੇ ਇਹੋ ਜਿਹੇ ਬੰਦੇ ਦਾ। ਜੇ ਪਤਾ ਹੁੰਦਾ, ਪਹਿਲਾਂ ਪਤਾ ਹੁੰਦਾ ਵੀ ਇਹ ਬਗਲਾ, ਹੰਸ ਨਹੀਂ ਹੈ। ਹੰਸ ਹੋਣ ਦਾ ਤਾਂ ਢੋਂਗ ਹੀ ਕਰ ਰਿਹਾ। ਸਤਿਗੁਰਾਂ ਦੀ ਰੀਸ ਕਰਦਿਆਂ ਪ੍ਰਿਥੀ ਚੰਦ ਵਰਗੇ ਵੀ ਗੁਰੂ ਬਣ ਬੈਠੇ। ਗੁਰੂ ਸਾਹਿਬ ਦੀ ਰੀਸ ਕਰਕੇ ਉਹਨਾਂ ਵੀ ਦਰਬਾਰ ਸਾਹਿਬ ਆਪਣਾ ਵੱਖਰਾ ਬਣਾ ਲਿਆ ਸਰੋਵਰ ਵਿੱਚ। ਪਰ ਜਦੋਂ ਜਾਣ ਲੱਗੇ ਲੋਕਾਂ ਨੇ ਵੇਖਿਆ ਵੀ ਇਹ ਤਾਂ ਬਗਲਾ। ਗੁਰੂ ਰਾਮਦਾਸ ਦੇ ਦਰਬਾਰ ਦੇ ਵਿੱਚ, ਗੁਰੂ ਅਰਜਨ ਸਾਹਿਬ ਦੇ ਦਰਬਾਰ ਵਿੱਚ ਰੌਣਕਾਂ, ਤੇ ਪ੍ਰਿਥੀ ਚੰਦ ਦਾ ਜਿਹੜਾ ਬਣਾਇਆ ਦਰਬਾਰ ਸੀ ਉੱਥੇ ਕਬੂਤਰ ਬੋਲਣ, ਉੱਥੇ ਉਜਾੜ ਹੀ ਉਜਾੜ। ਨੌਵੇਂ ਪਾਤਸ਼ਾਹ ਦੇ ਵੇਲੇ ਵੀ ਕਈ ਬਗਲੇ, 22 ਬਗਲੇ ਬੈਠੇ, 22 ਬਗਲੇ ਬਹਿ ਗਏ ਗੁਰੂ ਬਣ ਕੇ ਵੀ ਅਸੀਂ ਹੰਸ ਹਾਂ। ਪਰ ਹੰਸ ਰੂਪ ਤਾਂ ਇਕੱਲੇ ਨੌਵੇਂ ਪਾਤਸ਼ਾਹ ਹੀ ਸਨ, ਬਾਕੀ ਦਾ ਬਗਲੇ। ਪਰ ਲੋਕਾਂ ਨੂੰ ਨੌਵੇਂ ਪਾਤਸ਼ਾਹ ਦੀ ਪਹਿਚਾਣ ਨਹੀਂ, ਉਹਨਾਂ ਨੂੰ ਤਾਂ ਹੋਰ ਹੀ ਕੁਝ ਕਿਹਾ ਕਰਨ। ਜਿਹੜੇ ਉਹ ਬਾਹਰ ਬੈਠੇ ਬਗਲੇ, ਉਹਨਾਂ ਦੀ ਪੂਜਾ ਹੋ ਰਹੀ। ਵਿਵੇਕੀ ਪੁਰਸ਼ ਆਇਆ, ਭਾਈ ਮੱਖਣ ਸ਼ਾਹ ਵਡਹੰਸ, ਵਿਵੇਕੀ ਪੁਰਸ਼। ਤੇ ਵਿਵੇਕੀ ਪੁਰਸ਼ ਆਇਆ, ਵਿਚਾਰਵਾਨ ਪੁਰਸ਼ ਆਇਆ, ਉਹਨੇ ਆ ਕੇ ਸਾਰਿਆਂ ਨੂੰ ਪਰਖਿਆ। ਜਦੋਂ ਨੌਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ ਤੇ ਆਖਿਆ ਵੀ ਬਾਕੀ ਤਾਂ ਬਾਹਰ ਸਾਰੇ ਬਗਲੇ ਹੀ ਬੈਠੇ ਨੇ। ਉਹਨਾਂ ਨੂੰ ਦਿੱਤੀਆਂ 5-5 ਸ਼ਰਫੀਆਂ ਵੀ ਜਾਈ ਗਈਆਂ। ਤੋ ਇਸ ਪ੍ਰਕਾਰ ਨਾਲ ਵਿਵੇਕਵਾਨ ਪੁਰਸ਼ ਵਿਚਾਰ ਕਰ ਲੈਂਦਾ, ਉਹ ਪਖੰਡੀਆਂ ਦੇ ਸੰਗ ਚ ਨਹੀਂ ਜਾਂਦਾ, ਦੰਭੀਆਂ ਦੇ ਸੰਗ ਚ ਨਹੀਂ ਜਾਂਦਾ। ਦੰਭੀ ਯਤਨ ਕਰਦੇ ਨੇ ਕਿ ਹੰਸਾਂ ਦੀ ਬਰਾਬਰੀ ਕਰਕੇ ਉਹਨਾਂ ਦੇ ਬਰਾਬਰ ਆਪਣਾ ਕਾਰ ਮੁਖਤਿਆਰ, ਆਪਣਾ ਡੇਰਾ, ਆਪਣਾ ਬਾਹਰਲਾ ਪਸਾਰਾ ਉਦਾਂ ਦਾ ਬਣਾਉਣ ਦਾ ਯਤਨ ਕਰਦੇ। ਉਹ ਬਣਾ ਲੈਂਦੇ ਆ ਰੂਹ ਅਫਜਾ ਜਿਹਾ ਤਿਆਰ ਕਰਕੇ, ਜੀ ਅਸੀਂ ਵੀ ਅੰਮ੍ਰਿਤ ਬਣਾ ਲਿਆ। ਉਹ ਕਰ ਲੈਂਦੇ ਇਦਾਂ ਦਾ ਬਾਹਰ ਦਾ ਤਾਮ ਝਾਮ। ਲੋਕ ਵੇਖ ਕੇ, ਭੋਲੇ ਭਾਲੇ ਲੋਕ, ਉਹ ਗੁੰਮਰਾਹ ਹੋ ਜਾਂਦੇ। ਪਰ ਜੇ ਕਹਿੰਦੇ ਵਿਵੇਕੀ ਨੂੰ ਪਤਾ ਲੱਗ ਗਿਆ, ਤਾਂ ਉਹਨੂੰ ਵੇਖਿਆ ਵੀ ਇਹ ਤਾਂ ਹੰਸ ਨਹੀਂ, ਇਹ ਤਾਂ ਬਲਾਤਕਾਰੀ ਹੈ, ਇਹ ਤਾਂ ਕਾਤਲ ਹੈ, ਇਹ ਤਾਂ ਪਖੰਡੀ ਹੈ। ਤਾਂ ਕਹਿੰਦੇ ਕਈਆਂ ਨੂੰ ਪਤਾ ਲੱਗਾ ਤੇ ਉਹਨਾਂ ਆਖਿਆ ਮੈਂ ਤਾਂ, ਅਸੀਂ ਤਾਂ ਜਨਮ ਤੋਂ ਇਹਨੂੰ ਅੰਗ ਨਾ ਦਿੰਦੇ। ਉਹਨਾਂ ਕਿਨਾਰਾ ਕਰ ਲਿਆ। ਪਰ ਮੂਰਖਾਂ ਦੇ ਵੱਗ ਵੀ ਹੁੰਦੇ ਆ, ਉਹਨਾਂ ਦੀ ਬਾਤ ਕਿਆ ਕਰਨੀ। ਹਾਂਜੀ, ਮਹੱਲਾ ਤੀਜਾ। ਹੰਸਾ ਵੇਖ ਤਰੰਦਿਆ ਬੱਗਾ ਪੇ ਆਇਆ ਚਾਓ। ਹੰਸਾਂ ਨੂੰ ਵੇਖ ਕੇ ਤੈਰਦਿਆਂ ਵੀ ਹੰਸ ਤਾਰੀਆਂ ਲਾਉਂਦੇ ਆ। ਹੰਸ ਬੜੇ ਆਨੰਦ ਵਿੱਚ ਰਹਿੰਦੇ। ਬਗਲੇ ਨੂੰ ਵੀ ਚਾਅ ਆ ਗਿਆ ਵੀ ਮੈਂ ਵੀ ਤਰਾਂ, ਮੈਂ ਵੀ ਉਹਨਾਂ ਦੀ ਰੀਸ ਕਰਾਂ। ਬਗਲਾ ਤਰਦਾ ਨਹੀਂ ਹੁੰਦਾ ਕਦੇ ਪਾਣੀ 'ਚ, ਉਹਨੂੰ ਤੈਰਨਾ ਨਹੀਂ ਆਉਂਦਾ। ਤੇ ਹੰਸ ਦੀ ਤਾਰੀ ਬੜੀ ਦੂਰ ਤੱਕ ਹੁੰਦੀ। ਹੰਸਾਂ ਨੂੰ ਤਰਦਿਆਂ ਵੇਖ ਕੇ ਪਖੰਡੀ ਬਗਲਿਆਂ ਨੂੰ ਵੀ ਚਾਅ ਆ ਗਿਆ, ਅਸੀਂ ਵੀ ਸੰਤ ਬਣੀਏ।
ਅਸੀਂ ਵੀ ਉਹਨਾਂ ਦੀ ਰੀਸ ਕਰੀਏ। ਡੁੱਬ ਮੂਏ ਬਗ ਬਪੋੜੇ ਸਿਰ ਤਲ ਉੱਪਰ ਪਾਓ। ਪਰ ਕੀ ਹੋਇਆ, ਚੱਲੇ ਸੀ ਸਤਪੁਰਸ਼ਾਂ ਦੀ ਰੀਸ ਕਰਦਿਆਂ ਵੀ ਤਰਾਂਗੇ, ਉਹ ਬਗਲਾ ਕਹਿੰਦੇ ਸਿਰ ਭਰਨੇ ਹੋ ਕੇ ਡੁੱਬ ਗਿਆ, ਪੈਰ ਉੱਪਰ ਸਿਰ ਥੱਲੇ। ਏਦਾਂ ਜਿਹੜੇ ਲੋਕ ਸਤਪੁਰਸ਼ਾਂ ਮਹਾਂਪੁਰਸ਼ਾਂ ਦੀ ਰੀਸ ਕਰਕੇ ਆਖਣ ਕਿ ਅਸੀਂ ਰੀਸ ਕਰਕੇ ਹੁਣ ਸੰਤ ਬਣਾਂਗੇ, ਉਹ ਫਿਰ ਮਾਂ ਦੇ ਉਦਰ ਦੇ ਵਿੱਚ ਸਿਰ ਥੱਲੇ ਤੇ ਪੈਰ ਉੱਪਰ ਹੋ ਕੇ ਗਰਭਾਸ਼ਿਆਂ ਵਿੱਚ ਬਾਰ-ਬਾਰ ਜੰਮਦੇ ਮਰਦੇ ਰਹਿੰਦੇ। ਸੰਤਾਂ ਦੀ ਰੀਸ ਕਰਕੇ ਸੰਤ ਨਹੀਂ ਬਣਿਆ ਜਾਂਦਾ। ਸੰਤ ਜਨਾਂ ਦੇ ਦੱਸੇ ਹੋਏ ਉਪਦੇਸ਼ ਮੁਤਾਬਕ ਚੱਲ ਕੇ ਸੰਤ ਬਣਿਆ ਜਾ ਸਕਦਾ ਹੈ। ਉਹਨਾਂ ਜਿਹੇ ਬਣਨ ਲਈ ਉਹਨਾਂ ਦਾ ਜੋ ਉਹਨਾਂ ਨੇ ਹੁਕਮ ਕਿਹਾ ਕਰਨ ਨੂੰ, ਉਹ ਕਰਨ ਤੋਂ ਬਾਅਦ ਉਹਨਾਂ ਜੈਸੇ ਬਣਿਆ ਜਾ ਸਕਦਾ ਹੈ, ਪਰ ਉਹਨਾਂ ਦੀ ਰੀਸ ਕਰਕੇ ਉਹਨਾਂ ਜਿਹਾ ਨਹੀਂ ਬਣਿਆ ਜਾ ਸਕਦਾ। ਉਹਨਾਂ ਦੀ ਰੀਸ ਸੋ ਕਰੇ ਸੋ ਬੇਗੁੱਚਾ। ਉਹਨਾਂ ਦੀ ਰੀਸ ਕਰਨ ਵਾਲੇ ਖੁਆਰ ਹੁੰਦੇ ਹਨ। ਪੌੜੀ ਤੂੰ ਆਪੇ ਹੀ ਆਪ ਆਪ ਹੈ, ਆਪ ਕਾਰਨ ਕੀਆ। ਪੌੜੀ ਚੌਥੇ ਪਾਤਸ਼ਾਹ ਜੀ ਉਚਾਰਨ ਕਰਦੇ ਨੇ, ਤੂੰ ਆਪੇ ਹੀ ਆਪ ਆਪ ਹੈ, ਆਪ ਕਾਰਨ ਕੀਆ। ਤੂੰ ਆਪੇ ਹੀ ਆਪ ਆਪ ਹੈ, ਆਪ ਕਾਰਨ ਕੀਆ। ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ, ਵਾਹਿਗੁਰੂ ਤੂੰ ਆਪੇ ਹੀ ਆਪ ਹੈ, ਆਪ ਹੀ ਹੈ, ਤੂੰ ਆਪ ਹੀ ਸਾਰਾ ਕਾਰਨ ਜਗਤ ਦਾ ਪੈਦਾ ਕੀਤਾ ਹੈ, ਸਾਰੇ ਜਗਤ ਦਾ ਕਾਰਨ ਰੂਪ ਮੂਲ ਰੂਪ ਹੈ ਵਾਹਿਗੁਰੂ ਤੂੰ ਆਪ ਹੈ। ਤੂੰ ਆਪੇ ਆਪ ਨਿਰੰਕਾਰ ਹੈ, ਕੋ ਅਵਰ ਨਾ ਬੀਆ। ਹੇ ਵਾਹਿਗੁਰੂ ਜੀ, ਤੁਸੀਂ ਆਪੇ ਆਪ ਨਿਰੰਕਾਰ ਹੋ, ਉਹ ਅਵਰ ਨਾ ਬੀਆ, ਤੁਹਾਡੇ ਵਰਗਾ ਬੀਆ ਦੂਜਾ ਕੋਈ ਨਹੀਂ। ਤੁਹਾਡੇ ਵਰਗਾ ਦੂਜਾ ਹੋਏ ਕਿਵੇਂ? ਹੈ ਹੀ ਨਹੀਂ ਕੋਈ, ਹੈ ਹੀ ਤੁਸੀਂ। ਜੇ ਤੁਹਾਡੇ ਬਿਨਾਂ ਕੋਈ ਹੋਰ ਹੈ ਹੀ ਨਹੀਂ ਤੇ ਦੂਜੇ ਦੀ ਕਲਪਨਾ ਕਿਵੇਂ ਕਰੀਏ ਵੀ ਦੂਜਾ ਹੈ? ਤੁਸੀਂ ਆਪ ਹੀ ਆਪ ਹੋ ਮਹਾਰਾਜ, ਤੁਹਾਡੇ ਵਰਗਾ ਕੋਈ ਨਹੀਂ। ਧੰਨ ਗੁਰੂ ਨਾਨਕ ਸਾਹਿਬ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਰਗਾ ਕੋਈ ਨਹੀਂ। ਸਾਹਿਬ ਆਪਣੇ ਆਪ ਵਿੱਚ ਆਪ ਹੀ ਸક્ષਮ ਨੇ। ਤੇਰੀ ਉਪਮਾ ਤੋਹਿ ਬਨ ਆਵੈ, ਤੇਰੀ ਉਪਮਾ ਤੋਹਿ ਬਨ ਆਵੈ, ਤੇਰੀ ਉਪਮਾ ਤੋਹਿ ਬਨ ਆਵੈ, ਤੇਰੀ ਉਪਮਾ ਤੋਹਿ ਬਨ ਆਵੈ। ਤੇਰੀ ਉਪਮਾ ਤੋਹਿ ਬਨ ਆਵੈ, ਤੇਰੀ ਉਪਮਾ ਤੋਹਿ ਬਨ ਆਵੈ। ਤੇਰੀ ਉਪਮਾ ਤੋਹਿ ਬਨ ਆਵੈ, ਤੇਰੀ ਉਪਮਾ ਤੋਹਿ ਬਨ ਆਵੈ। ਭੱਲੇ ਅਮਰਦਾਸ ਗੁਣ ਤੇਰੇ, ਭੱਲੇ ਅਮਰਦਾਸ ਗੁਣ ਤੇਰੇ, ਭੱਲੇ ਅਮਰਦਾਸ ਗੁਣ ਤੇਰੇ, ਭੱਲੇ ਅਮਰਦਾਸ ਗੁਣ ਤੇਰੇ। ਤੇਰੀ ਉਪਮਾ ਤੋਹਿ ਬਨ ਆਵੈ, ਤੇਰੀ ਉਪਮਾ ਤੋਹਿ ਬਨ ਆਵੈ। ਤੇਰੀ ਉਪਮਾ ਤੋਹਿ ਬਨ ਆਵੈ, ਤੇਰੀ ਉਪਮਾ ਤੋਹਿ ਬਨ ਆਵੈ। ਉਹਨਾਂ ਦੀ ਉਪਮਾ ਉਹਨਾਂ ਨੂੰ ਬਣਾਉਂਦੀ। ਹਾਂਜੀ। ਤੂੰ ਕਰਨ ਕਾਰਨ ਸਮਰੱਥ ਹੈ, ਤੂੰ ਕਰਹਿ ਸੋ ਥੀਆ। ਇਹ ਵਾਹਿਗੁਰੂ ਤੂੰ ਕਰਨ ਰੂਪ ਹੈ, ਕਾਰਨ ਰੂਪ ਹੈ, ਜਗਤ ਦਾ ਸਮਰੱਥ ਹੈ। ਤੂੰ ਜੋ ਕਰਦਾ ਹੈ ਸੋ ਉਹੀ ਕੁਝ ਹੁੰਦਾ। ਹਾਂਜੀ। ਤੂੰ ਅਣ ਮੰਗਿਆ ਦਾਨ ਦੇਵਨਾ, ਸਭਨਾ ਜੀਆ। ਤੂੰ ਬਿਨਾਂ ਮੰਗਿਆ ਸੰਸਾਰ ਦੇ ਸਮਸਤ ਜੀਵਾਂ ਨੂੰ ਦਾਨ ਦੇਣ ਵਾਲਾ ਹੈ। ਸਭਨਾ ਜੀਆ, ਸੰਸਾਰ ਦੇ ਸਮਸਤ ਜੀਵਾਂ ਨੂੰ ਦਾਨ ਦੇਣ ਵਾਲਾ ਦਾਤਾ ਹੈ। ਸਭ ਆਖੋ ਸਤਿਗੁਰ ਵਾਹੋ ਵਾਹੋ,
जिन दान हर नाम मुख दिया। सब आखो ते सतगुरु जी तुसी वाहो, तुसी वाहो। जिसने संसार दे समस्त जीवां नूं दान दिता है, ऐसे सतगुरु जी नूं वाहो 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 कह के सुनाइए। वाहे गुरु वाहे गुरु, वाहे गुरु वाहे गुरु।